ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਤੁਸੀਂ ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਵਾਹਿਗੁਰੂ ਗਾਵੋ ਸੰਗ ਤੇ ਪੂਰਿਆ ਗੁਰਾਂ ਦੇ। ਤੁਸੀਂ ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗੁਰੂ ਰਾਜਿਆ ਪੂਰਾ ਜਾਤਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੋ। ਪਰਮ ਸਤਿਕਾਰਯੋਗ ਗੁਰੂ ਖਾਲਸਾ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਚੰਗੇ ਕਰਮ ਨੇ ਜਿਨ੍ਹਾਂ ਸੰਗਤਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ। ਪੂਰੇ ਗੁਰੂ ਦੇ ਬਾਰੇ ਆਪਾਂ ਪਹਿਲਾਂ ਧਾਰਨਾ ਸੁਣ ਚੁੱਕੇ ਹਾਂ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪੂਰੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਸਤਿਕਾਰਯੋਗ ਸੰਗਤ ਜੀ,
ਇੱਕ ਇੱਕ ਕਦਮ ਜਦੋਂ ਘਰ ਤੋਂ ਚੱਲ ਕੇ ਆਪਾਂ ਸੰਗਤ ਵਿੱਚ ਆਉਂਦੇ ਹਾਂ ਨਾ, ਇੱਕ ਇੱਕ ਕਦਮ ਦਾ ਇੱਕ ਸਮੇਤ ਜੱਗ ਦਾ ਫਲ ਮਿਲਦਾ ਭਾਈ। ਔਰ ਆਪ ਵੱਡੇ ਪੂਰਬੜੇ ਕਰਮ ਚੰਗੇ ਨੇ ਜਿਹੜੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਗੁਰੂ ਦੀ ਸੰਗਤ ਦੇ ਵਿੱਚ ਪਹੁੰਚੇ ਹੋ। ਸਭ ਤੋਂ ਵੱਧ ਉਪਰਾਲਾ ਉਦਮ ਬਾਈ ਜੋਗੀ ਜੀ ਦਾ, ਜਿਹੜੇ ਉਪਰਾਲਾ ਕਰਕੇ ਆਪ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਾਉਂਦੇ ਹਨ। ਅਸੀਂ ਵੀ ਬਹੁਤ ਵਡਭਾਗੀ ਹਾਂ ਬਾਈ ਜੋਗੀ ਜੀ ਦੇ, ਜਿਨ੍ਹਾਂ ਦੇ ਸਦਕਾ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਕਿਉਂਕਿ ਸੰਗਤ ਵਿੱਚ ਬਹੁਤ ਪਾਵਰ ਹੁੰਦੀ ਹੈ। ਹੁਣ ਮੈਂ ਪਹਿਲਾਂ ਤਾਂ ਨਮਸਕਾਰ ਦੌਤ ਬੰਦਨਾ ਕਰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਜਿਨ੍ਹਾਂ ਦੇ ਸਦਕਾ, ਜਿਨ੍ਹਾਂ ਦੀ ਤਾਕਤ ਪਾਵਰ ਦੇ ਨਾਲ ਦੀਵਾਨ ਲਾਉਣ ਦਾ ਸੁਭਾਗਾ ਸਮਾਂ ਮਿਲਦਾ ਹੈ। ਦੂਸਰਾ, ਮੈਂ ਬਹੁਤ ਧੰਨਵਾਦੀ, ਬਹੁਤ ਸਤਿਕਾਰ ਕਰਦਾ ਹਾਂ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਕਰਕੇ, ਜਿਹੜੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਇਹ ਇੱਕ ਸੰਗਤ ਨੂੰ ਉਪਦੇਸ਼ ਕਰਨ ਦੀ ਬੁੱਧੀ ਪ੍ਰਾਪਤ ਹੋਈ ਹੈ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਵੀ ਜਦੋਂ ਇਹ ਧਾਰਨਾ ਲਾਉਂਦੇ ਹਾਂ ਨਾ ਆਪਾਂ, ਕਦੇ ਵੀ ਤੁਸੀਂ ਦੇਖੋ ਜਿਹੜੀ ਸੰਪਰਦਾ ਰਾੜਾ ਸਾਹਿਬ ਹੈ, ਇੱਕ ਸੁਰ ਚੱਲਦੀ ਹੁੰਦੀ ਹੈ ਭਾਈਆਂ ਦੀ, ਦੂਜੀ ਸੁਰ ਅਸੀਂ ਬੀਬੀਆਂ ਵਾਸਤੇ ਛੱਡਦੇ ਹਾਂ। ਉਹ ਸੁਰ ਲਾਉਣੇ ਜ਼ਰੂਰ ਆ, ਚਾਹੇ ਬੀਬੀਆਂ ਬੋਲਣ ਚਾਹੇ ਨਾ ਬੋਲਣ, ਉਹ ਸੁਰ ਜ਼ਰੂਰ ਚੱਲਦੀ ਰਹੂਗੀ ਨਾਲ। ਹੁਣ ਇਹਦਾ ਜਦੋਂ ਆਪਾਂ ਇਹ ਧਾਰਨਾ ਵਿੱਚ ਬੋਲਦੇ ਹਾਂ, ਦੇਖੋ ਤੁਸੀਂ ਇਹ ਪ੍ਰੈਕਟੀਕਲ ਕਰਕੇ ਦੇਖ ਲਓ। ਚੌਕੜਾ ਮਾਰ ਕੇ ਬੈਠੋ, ਨੇਤਰਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਾਓ, ਨੇਤਰ ਵਿੱਚ ਚਲੋ, ਬਾਹਰਲੀ ਪ੍ਰਕਿਰਿਆ ਬੰਦ ਕਰ ਦਿਓ ਜਮਾਈ, ਨੇਤਰ ਮਿਚ ਕੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋ। ਆਪਣੀ ਰਸਨਾ ਦੇ ਨਾਲ ਫਿਰ ਜਦੋਂ ਵੀ ਧਾਰਨਾ ਬੋਲਦੇ ਆ, ਉਹ ਧਾਰਨਾ ਵਿੱਚ ਭਾਈ ਬੋਲਿਆ ਕਰੋ। ਜਦੋਂ ਆਪਾਂ ਇਹ ਨੇਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਲਾਉਂਦੇ ਹਾਂ, ਜਦੋਂ ਇਸ ਰਸਨਾ ਦੇ ਨਾਲ ਆਪਾਂ ਬਾਣੀ ਸ਼ਬਦ ਬੋਲਦੇ ਹਾਂ, ਫਿਰ ਇਹਦੀ ਤੀਜੀ ਪ੍ਰਕਿਰਿਆ ਕੀ ਹੈ? ਆਪਣੇ ਕੰਨਾਂ ਦੇ ਨਾਲ ਸਰਵਣ ਕਰਿਆ ਕਰੋ, ਕੰਨਾਂ ਨਾਲ ਸੁਣਿਆ ਕਰੋ। ਜਦੋਂ ਤੁਸੀਂ ਇਹ ਤਿੰਨੇ ਚੀਜ਼ਾਂ ਦੀਵਾਨ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖ ਲਓ, ਕੋਈ ਮਾਈ ਭਾਈ, ਚੌਕੜਾ ਮਾਰੋ, ਨੇਤਰਾਂ ਵਿੱਚ ਗੁਰੂ ਦੇ ਦਰਸ਼ਨ ਕਰੋ, ਰਸਨਾ ਦੇ ਨਾਲ ਬੋਲਣ ਕਰੋ, ਆਪਣੇ ਕੰਨਾਂ ਦੇ ਨਾਲ ਬਾਣੀ ਜਿਹੜੀ ਆ ਉਹ ਸੁਣੋ, ਬਾਹਰਲੀ ਪ੍ਰਕਿਰਿਆ ਕੱਢ ਦਿਓ, ਸੁਣੋ, ਸਰਵਣ ਕਰੋ। ਕੁਝ ਸਮੇਂ ਬਾਅਦ ਥੋੜੀ ਸਮਾਧੀ ਲੱਗਣ ਲੱਗ ਜੂਗੀ, ਔਰ ਇੱਕ ਸਮਾਧੀ ਲੱਗ ਗਈ, ਉਹਦਾ ਕਰੋੜਾਂ ਹੀ ਜੀਵਾਂ ਦਾ ਫਲ ਹੈ, ਕਰੋੜਾਂ ਜੱਗਾਂ ਦਾ ਫਲ ਹੈ। ਇਹ ਵਿਦਿਆ ਨੇ, ਇਹ ਸਾਰੀ ਵਿਦਿਆ
ਹਜ਼ੂਰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਰਾੜਾ ਸਾਹਿਬ ਵਾਲਾ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈਆਂ। ਅੱਗੇ ਸੰਗਤਾਂ ਨੂੰ ਉਪਦੇਸ਼ ਕਰਨ ਦਾ ਬਲ ਮਹਾਂਪੁਰਸ਼ਾਂ ਨੇ ਬਖਸ਼ਿਆ। ਔਰ ਸਾਧ ਸੰਗਤ ਜੀ, ਜਦੋਂ ਜਦੋਂ ਵੀ ਆਪਾਂ ਇਸ ਧਰਤੀ ਦੇ ਉੱਪਰ ਅਤਿਆਚਾਰ, ਝੂਠ, ਫਰੇਬ, ਧੀਆਂ ਭੈਣਾਂ ਦੀ ਬੇਇੱਜ਼ਤੀ, ਮਾੜੇ ਨੂੰ ਕੁਚਲਣਾ, ਗਰੀਬਾਂ ਨੂੰ ਕੁਚਲਣਾ, ਤਾਂ ਉਸ ਸਮੇਂ ਦੇ ਵਿੱਚ ਫਿਰ ਪਾਪ ਵੱਧ ਜਾਂਦਾ ਜ਼ਿਆਦਾ। ਜਦੋਂ ਪਾਪ ਵੱਧਦੇ ਨੇ ਇਹ, ਫਿਰ ਉਸ ਸਮੇਂ ਇਹ ਧਰਤੀ ਫਿਰ ਡੋਲਦੀ ਹੈ। ਕੀ ਡੋਲਦੀ ਹੈ? ਇਹ ਪਰਮੇਸ਼ਰ ਨੂੰ ਕਹਿੰਦੀ ਹੈ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਮੇਰੇ 'ਤੇ ਐਸੀ ਕਿਰਪਾ ਕਰ, ਕੋਈ ਐਸਾ ਮਹਾਂਪੁਰਸ਼ ਜੱਗ ਦੇ ਉੱਪਰ ਭੇਜ ਜਿਹੜਾ ਸੰਗਤਾਂ ਨੂੰ ਵਾਹਿਗੁਰੂ ਨਾਮ ਦਾ ਉਪਦੇਸ਼ ਦੇ ਕੇ, ਸੰਗਤਾਂ ਨੂੰ ਗੁਰ ਸ਼ਬਦ ਦੇ ਨਾਲ ਜੋੜ ਕੇ ਇਹ ਚੰਗੇ ਕੰਮਾਂ ਵੱਲ ਲੱਗ ਜਾਵੇ, ਚੰਗੇ ਕਰਮਾਂ ਵੱਲ ਲੱਗ ਜਾਵੇ। ਇਹ ਹਮੇਸ਼ਾ ਹੀ ਡਿਊਟੀ ਲੱਗੀ ਰਹਿੰਦੀ ਹੈ। ਸਮੇਂ ਸਮੇਂ 'ਤੇ ਸੰਤ ਮਹਾਂਪੁਰਸ਼ ਇਸ ਸੰਸਾਰ ਦੇ ਉੱਪਰ ਆਉਂਦੇ ਨੇ, ਆਏ ਨੇ, ਔਰ ਅੱਗੇ ਨੂੰ ਭਾਈ ਆਉਣਗੇ ਵੀ। ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਧਰਤੀ ਦੀ ਪੁਕਾਰ ਹੋਈ, ਅਕਾਲ ਪੁਰਖ ਵਾਹਿਗੁਰੂ ਨੇ ਸੁਣਨਾ ਕੀਤਾ। ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਲਯੁਗ ਦਾ ਅਵਤਾਰ ਧਾਰਨ ਕਰਕੇ ਰਹਿ ਭਉ ਦੀ ਤਲਵੰਡੀ ਮਹਿਤਾ ਕਾਲੂ ਦੇ ਘਰ ਦੇ ਵਿੱਚ ਭੇਜਣਾ ਕੀਤਾ। ਫਿਰ ਜੋ ਹੁਕਮ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਹੋਇਆ, ਕਿਹੜਾ ਉਪਦੇਸ਼ ਪਾਉਣਾ, ਕਿਹੜਾ ਉਪਦੇਸ਼ ਦੇਣਾ, ਕਿਹੜੇ ਉਪਦੇਸ਼ ਦੇ ਨਾਲ ਸੰਗਤਾਂ ਨੂੰ ਜੋੜਨਾ, ਅਤੇ ਉਹ ਆ ਸ਼ਬਦ ਆ ਸਾਰੇ ਮਾਈ ਭਾਈ, ਜਿਵੇਂ ਮੈਂ ਦੱਸਿਆ, ਮਨ ਨੂੰ ਇਕਾਗਰ ਕਰਕੇ ਤੁਸੀਂ ਘਰਾਂ ਤੋਂ ਆਏ ਹੋ, ਘਰਾਂ ਤੋਂ ਆ ਕੇ ਤੁਸੀਂ ਰਾਹ ਪ੍ਰਾਪਤ ਕਰੋ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ, ਚੌਕੜਾ ਮਾਰੋ, ਨੇਤਰਾਂ ਦੀ ਬਿਰਤੀ ਗੁਰੂ ਗ੍ਰੰਥ ਸਾਹਿਬ ਵੱਲ ਲਾਓ, ਨੇਤਰ ਮਿਚਲੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ। ਆ ਦੇਖੋ ਤੁਹਾਡੀ ਸਮਾਧੀ ਲੱਗਣ ਲੱਗ ਗਈ। ਜਦੋਂ ਸਮਾਧੀ ਲੱਗ ਗਈ, ਦੇਖੋ ਕੈਸਾ ਆਨੰਦ ਆਉਂਦਾ। ਪਰ ਇਸ ਤਰ੍ਹਾਂ ਪੜ੍ਹੋ, ਕਿਹੜਾ ਸ਼ਬਦ ਹੀ ਪਾਈ ਹੋ। ਜਪੋ ਸਤਿਨਾਮ 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 ਵਾਹਿਗੁਰੂ 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 ਜੀ।
ਵਾਹਿਗੁਰੂ 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 ਜਪੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਸਤਿਨਾਮ 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 ਜੀ ਵਾਹਿਗੁਰੂ 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 ਇਹ ਜਿਹੜਾ ਵਾਹਿਗੁਰੂ ਸ਼ਬਦ ਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਧ ਸੰਗਤ ਜੀ 36 ਯੁੱਗ ਲਾਏ ਨੇ 36 ਯੁੱਗ ਇਹ ਸ਼ਬਦ ਨੂੰ ਲਿਆਉਣ ਦੇ ਵਾਸਤੇ ਕਲਯੁੱਗ ਦਾ ਉਧਾਰ ਕਰਨ ਵਾਸਤੇ ਕਲਯੁੱਗ ਤੋਂ ਬਚਾਉਣ ਵਾਸਤੇ 36 ਯੁੱਗ ਲਾਏ ਨੇ ਦੇਖ ਲਓ 36 ਯੁੱਗ ਲਾ ਕੇ ਫਿਰ ਕਲਯੁੱਗ ਦੇ ਵਿੱਚ ਆ ਕੇ ਇਹਨਾਂ ਨੇ ਇਹ ਵਾਹਿਗੁਰੂ ਸ਼ਬਦ ਦਾ ਪ੍ਰਚਾਰ ਕੀਤਾ। ਅੱਜ ਵੀ ਜਿਹੜੇ ਮਾਈ ਭਾਈ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਹੋਊਗੀ, ਉਹਨਾਂ ਦੇ ਘਰਾਂ ਵਿੱਚ ਸ਼ਾਂਤੀ ਹੋਊਗੀ, ਉਹਨਾਂ ਦੇ ਘਰਾਂ ਵਿੱਚ ਭੈਤਾ ਹੋਊਗੀ, ਉਹਨਾਂ ਦੇ ਘਰਾਂ ਦੇ ਵਿੱਚ ਇੱਕ ਨੇ ਕਿਹਾ ਦੂਜੇ ਨੇ ਬਾਨੀ ਦੋਨੋਂ ਬ੍ਰਹਮ ਗਿਆਨੀ ਜੀ ਦੇ ਅਧਿਕਾਰੀ ਬਣ ਜਾਂਦੇ ਨੇ ਭਾਈ। ਹੁਣ ਜਿਹੜਾ ਵਾਹਿਗੁਰੂ ਸ਼ਬਦ ਹੈ ਆਪਾਂ ਦੋਨੇ ਪੱਖ ਚਲਾਵਾਂਗੇ। ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਇਤਿਹਾਸ ਵੀ ਸੁਣਾਵਾਂਗੇ। ਮੈਂ ਨਾਲ ਦੀ ਨਾਲ ਤੁਹਾਨੂੰ ਇਹਦੇ ਵਿਧੀ ਵੀ ਦੱਸੂਗਾ ਵੀ ਜਾਪ ਕਰਨਾ ਕਿਵੇਂ ਹੈ। ਵਿਧੀ ਤੋਂ ਬਗੈਰ ਕੋਈ ਕਰਮ ਨਹੀਂ ਹੁੰਦਾ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਨਾਲ ਲਈਏ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਤਾ ਹੀ ਨਹੀਂ ਲੱਗਦਾ ਹੈ। ਜੇ ਬੱਚਾ ਸਕੂਲ ਦੇ ਵਿੱਚ ਪੜ੍ਹਨਾ ਜਾਵੇ ਮਾਸਟਰ ਦੇ ਕੋਲ ਤਾਂ ਪਰ ਉਹ ਮਾਸਟਰ ਨੂੰ ਵੀ ਪਤਾ ਹੀ ਨਹੀਂ ਲੱਗਦਾ ਹੈ ਬੱਚੇ ਨੂੰ ਮੈਂ ਕੀ ਪੜ੍ਹਾਉਣਾ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਹਰੇਕ ਕਰਮ ਦੇ ਵਿਧੀਆਂ ਜ਼ਰੂਰੀ ਨੇ। ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਵਾਹਿਗੁਰੂ ਸ਼ਬਦ ਇਹ ਕੋਈ ਮਾਈ ਭਾਈ ਵਿੱਚ ਅਭਿਆਸੀ ਪੁਰਸ਼ ਹੁੰਦੇ ਨੇ, ਕੋਈ ਐਸੀ ਗੱਲ ਨਹੀਂ ਹੈ। ਅਭਿਆਸ ਕਰਨ ਵਾਲੇ ਉਹਨਾਂ ਦੇ ਵਾਸਤੇ ਬਹੁਤ ਚੰਗਾ ਰਸਤਾ ਜਿਹੜਾ ਮੈਂ ਦੱਸੂਗਾ। ਮਨ ਨੂੰ ਇਕਾਗਰ ਕਰਨ ਵਾਸਤੇ, ਸ਼ਬਦ ਸ਼ੁੱਧ ਲਾਉਣ ਵਾਸਤੇ 4 ਬਾਣੀਆਂ ਵਿੱਚ ਵਾਹਿਗੁਰੂ ਸ਼ਬਦ ਦੀਆਂ 4 ਬਾਣੀਆਂ ਵਿੱਚ 4 ਬਾਣੀਆਂ ਕਿਹੜੀਆਂ ਨੇ? ਵੈਖਰੀ ਬਾਣੀ, ਬਸੰਤੀ ਬਾਣੀ ਔਰ ਪਰਾ ਬਾਣੀ। ਇਹ 4 ਬਾਣੀਆਂ ਦੇ ਵਿੱਚ ਜਦੋਂ ਆਪਾਂ ਸਿਮਰਨ ਕਰਦੇ ਹਾਂ ਤਾਂ ਪਹਿਲਾਂ ਬੋਲ ਕੇ ਕਰਨਾ ਵੈਖਰੀ, ਮੂੰਹ ਦੇ ਵਿੱਚ ਜ਼ਬਾਨ ਦੇ ਵਿੱਚ ਬੋਲ ਕੇ ਵਾਹਿਗੁਰੂ 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 ਇਸ ਤਰ੍ਹਾਂ ਕਰਨਾ। ਦੂਜੀ ਸਟੇਜ ਦੀ ਆ ਗਈ ਬਸੰਤੀ ਬਾਣੀ, ਫਿਰ ਉਹ ਕੰਠ ਵਿੱਚ ਚੱਲੂਗਾ। ਕੰਠ ਵਿੱਚ ਆ ਤੁਸੀਂ ਬੋਲ ਕੇ ਦੇਖੋ ਵਾਹਿ ਗੁਰੂ, ਜਦੋਂ ਗੁਰੂ ਕਹਾਂਗੇ ਕੰਠ ਚੋਂ ਬਾਜ ਆਊਗੀ ਥੋੜ੍ਹੇ ਇੱਥੋਂ। ਵਾਹਿ ਗੁਰੂ ਕੰਠ ਚੋਂ ਬਾਜ ਆਊਗੀ।
फिर ये दूजी स्टेज है जी, ये बैखड़ी तो जी मध्यमा है, ये कंठ के विच चलन लग जूगा वाहिगुरू शब्द का अभ्यास। तीजी है जी बसंती बाणी। ਜਦੋਂ ਤੁਸੀਂ ਬਸੰਤੀ ਬਾਣੀ ਦੇ ਵਿੱਚ ਸਿਮਰਨ ਲੱਗ ਗਏ ਨਾ ਕਰਨ, ਵਾਹਿਗੁਰੂ ਸ਼ਬਦ ਦਾ ਅਭਿਆਸ, ਤਾਂ ਫਿਰ ਉਹ ਤੁਹਾਡਾ ਕਿੱਥੇ ਆਊਗਾ? ਉਹ ਆਊਗਾ ਤੁਹਾਡਾ ਇੱਥੇ ਹਿਰਦੇ ਵਿੱਚ। ਹਿਰਦਾ ਨਾਭੀ ਉਰੇ ਇਕੱਠੇ ਨੇ, ਹਿਰਦਾ ਨਾਭੀ ਆਗਿਆ ਚੱਕਰ ਈੜਾ ਪਿੰਗਲਾ 10ਵਾਂ ਦਵਾਰ। ਤਾਂ ਸਾਧ ਸੰਗਤ ਜਦੋਂ ਹਿਰਦੇ ਦੇ ਵਿੱਚ ਆ ਗਿਆ, ਫਿਰ ਇੱਥੇ ਤੁਹਾਨੂੰ ਥੋੜ੍ਹੀ ਜਿਹੀ ਜਦੋਂ ਸਿਮਰਨ ਕਰੋਗੇ ਰੋਸ਼ਨੀ ਮਹਿਸੂਸ ਹੋਊਗੀ, ਜਦੋਂ ਨੇਤਰ ਵਿੱਚ ਰੋਸ਼ਨੀ ਮਹਿਸੂਸ ਹੋਊਗੀ। ਜਦੋਂ ਤੁਹਾਡੀ ਇਹ ਚੌਥੀ ਬਾਣੀ ਆ ਗਈ, ਫਿਰ ਪਰਾ ਬਾਣੀ, ਉਹਦਾ ਆ ਗਿਆ ਸਾਧ ਸੰਗਤ ਜੀ ਨਾਭੀ ਵਿੱਚ। ਜਦੋਂ ਨਾਭੀ ਦੇ ਵਿੱਚ ਆ ਗਿਆ, ਉਹ ਹਿਰਦੇ ਵਿੱਚ ਆ ਗਿਆ, ਉਹ ਫਿਰ ਉਹਦੇ ਬਾਰੇ ਆਪਾਂ ਇਹ ਚੀਜ਼ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ ਇਹ ਬਿਸਰੀ ਨਗਰ ਦੇ ਇਸ ਤਰ੍ਹਾਂ ਪੜ੍ਹੋ ਸਾਧ ਸੰਗਤ ਜੀ। ਨਾ ਬਿਸਰੀ ਨਾ ਬਿਸਰੀ ਵਾਹਿਗੁਰੂ, ਨਾ ਬਿਸਰੀ ਨਾ ਬਿਸਰੀ ਨਾ ਬਿਸਰੀ ਵਾਹਿਗੁਰੂ, ਨਾ ਬਿਸਰੀ। ਹਿਰਦੇ 'ਚ ਜਦੋਂ ਇਹ ਚੌਥੀ ਚੀਜ਼ ਆ ਗਈ ਨਾ, ਫਿਰ ਵਾਹਿਗੁਰੂ ਸ਼ਬਦ ਤੁਹਾਡੇ ਹਿਰਦੇ ਵਿੱਚ ਚੱਲਣ ਲੱਗ ਜੂ। ਇੱਥੇ ਹਿਰਦੇ 'ਚ ਜਦੋਂ ਹਿਰਦੇ ਵਿੱਚ ਚੱਲਣ ਲੱਗਿਆ, ਫਿਰ ਤੁਹਾਡੀ ਨਾਭੀ ਨੂੰ ਰੋਸ਼ਨੀ ਥੋੜ੍ਹੀ ਜਿਹੀ ਇੱਥੇ ਵੱਧਦੀ ਜਾਊਗੀ, ਪ੍ਰਕਾਸ਼ ਹੁੰਦਾ ਜਾਊ, ਜਿਹਨੂੰ ਆਪਾਂ ਪ੍ਰਕਾਸ਼ ਕਹਿੰਦੇ ਆਪਾਂ। ਪ੍ਰਕਾਸ਼ ਦੀ ਗੱਲ ਸਿਮਰਨ ਕਰਦੇ ਹਾਂ, ਭਜਨ ਕਰਦੇ ਹਾਂ, ਬੰਦਗੀ ਕਰਦੇ ਹਾਂ। ਪ੍ਰਕਾਸ਼ ਦੇ ਵਾਸਤੇ ਹੀ ਸਾਰੀ ਬਾਣੀ ਭਰੀ ਪਈ ਹੈ ਮਹਾਰਾਜ ਦੀ। ਇਹ ਪ੍ਰਕਾਸ਼ ਪ੍ਰਾਪਤ ਹੋ ਜੂਗਾ। ਹੁਣ ਆਪਾਂ ਆਉਂਦੇ ਹਾਂ ਦੂਆ ਪੱਖ, ਸਾਖੀ ਦਾ। ਨਾਲ ਦੀ ਨਾਲ ਮੈਂ ਤੁਹਾਨੂੰ ਭਜਨ ਬਾਰੇ ਵੀ ਦੱਸੂਗਾ, ਨਾਲ ਦੀ ਨਾਲ ਮੈਂ ਸਾਖੀ ਵੀ ਚੜਾਊਂਗਾ। ਜਦੋਂ ਇਹ ਧਰਤੀ ਦੇ ਉੱਪਰ ਬੋਝ ਵੱਧ ਗਿਆ, ਧਰਤੀ ਨੇ ਅਰਦਾਸ ਕੀਤੀ ਅਕਾਲ ਪੁਰਖ ਵਾਹਿਗੁਰੂ ਨੂੰ। ਫਿਰ ਧਰਤੀ ਦੀ ਪੁਕਾਰ ਵਾਹਿਗੁਰੂ ਅਕਾਲ ਪੁਰਖ ਨੇ ਮਨਜ਼ੂਰ ਕੀਤੀ। ਰਾਏ ਭੌਂ ਦੀ ਤਲਵੰਡੀ, ਮਾਤਾ ਤ੍ਰਿਪਤਾ ਤੇ ਮਹਿਤਾ ਕਾਲੂ, ਰਾਏ ਬਰਾੜ ਦਾ ਪਟਵਾਰੀ ਸੀ ਇਹ। ਮਹਿਤਾ ਕਾਲੂ ਦੇ ਘਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਧਾਰਨ ਹੋਇਆ।
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਰਾਏ ਭੌਂ ਦੀ ਤਲਵੰਡੀ ਦੇ ਵਿੱਚ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ, ਮਾਤ ਲੋਕ ਦੇ ਵਿੱਚ ਸੰਸਾਰ ਨੇ ਤਾਂ ਵਧਾਈਆਂ ਦੇਣੀਆਂ ਹੀ ਸੀ। 33 ਕਰੋੜ ਦੇਵੀ ਦੇਵਤਾ ਵੀ ਫੁੱਲਾਂ ਦੀ ਵਰਸ਼ਾ ਕਰ ਰਿਹਾ ਸੀ। ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਬਚਨ ਕੀਤੇ, ਮੈਂ ਅੱਜ ਵੀ ਕਰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਅਵਤਾਰ ਨੇ ਕਲਯੁਗ ਦੇ। ਅੱਜ ਇਹਨਾਂ ਦੀ ਪ੍ਰਕਰਮਾਂ ਦੇ ਵਿੱਚ 33 ਕਰੋੜ ਦੇਵੀ ਦੇਵਤਾ ਖੜਾ ਹੋ ਰਹੇ, ਜਿਹਦੇ ਕੋਲ ਅੱਖਾਂ ਦੇਖ ਲਓ। ਆਹ ਅੱਖਾਂ ਨਹੀਂ ਨੇ, ਉਹ ਅੱਖ ਹੋਰ ਆ ਜਿਹਦੇ ਨਾਲ ਦਿਖਦਾ ਹੈ। ਅੱਜ 33 ਕਰੋੜ ਦੇਵੀ ਦੇਵਤਾ ਫੁੱਲਾਂ ਦੀ ਵਰਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰ ਰਿਹਾ, ਇੱਥੇ ਹਾਜ਼ਰ ਆ। ਤਾਂ ਫਿਰ ਸਾਧ ਸੰਗਤ ਜਦੋਂ ਅਵਤਾਰ ਨੂੰ ਜਨਮ ਦਿੱਤਾ ਜਿਹੜੀ ਮਾਤਾ ਨੇ, ਉਹਨੂੰ ਤਾਂ ਬਰਮਾ, ਵਿਸ਼ਨੂੰ, ਮਹੇਸ਼, ਇੰਨੀਆਂ ਬੜੀਆਂ ਸ਼ਕਤੀਆਂ ਰਾਏ ਭੌਂ ਦੀ ਤਲਵੰਡੀ 'ਚ ਇੱਦਾਂ ਵਧਾਈਆਂ ਦਿੰਦੇ ਨੇ। ਪੜ੍ਹੋ ਸਾਰੇ ਮਾਈ ਭਾਈ ਸਾਧ ਸੰਗਤ ਜੀ। ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ ਜੀ, ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ, ਤ੍ਰਿਪਤਾ ਨੂੰ ਮਿਲਣ ਵਧਾਈਆਂ ਜੀ, ਤ੍ਰਿਪਤਾ ਨੂੰ ਮਿਲਣ ਵਧਾਈਆਂ। ਰਾਏ ਭੌਂ ਦੀ ਤਲਵੰਡੀ ਜਦੋਂ ਇਹ ਧਰਤੀ ਦੀ ਪੁਕਾਰ ਸੁਣੀ, ਅੱਜ ਵੀ ਸਮਾਂ ਉਹ ਜਿਹੀ ਚੱਲ ਰਿਹਾ, ਜਿਹੜਾ ਇਸ ਵਕਤ ਸਮਾਂ ਚੱਲਦਾ ਕੋਈ ਇੰਨਾ ਵਧੀਆ ਚੰਗਾ ਸਮਾਂ ਨਹੀਂ ਚੱਲ ਰਿਹਾ ਹੈ। ਬਹੁਤ ਕਲਯੁਗ ਦਾ ਪ੍ਰਭਾਵ ਹੈ। ਨਾਮ ਖਤਮ ਹੈ, ਨਾਮ ਵਾਲੇ ਖਤਮ ਨੇ। ਪਾਪ ਵੱਧ ਗਿਆ, ਜੁਰਮ ਵੱਧ ਗਿਆ, ਝੂਠ ਦਾ ਵਸਾਰਾ ਹੋ ਗਿਆ, ਸੱਚ ਲੋਪ ਹੋ ਗਿਆ। ਅੱਜ ਵੀ ਉਹ ਸਮਾਂ ਹੀ ਹੈ। ਤਾਂ ਸਾਧ ਸੰਗਤ ਫਿਰ ਜਦੋਂ ਮਾਤਾ ਤ੍ਰਿਪਤਾ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਨਾ, ਜਿਵੇਂ ਸਿਆਲ ਦੇ ਮਹੀਨੇ ਸਿਆਲ ਆਊਗਾ, ਹੁਣ ਧੁੰਦ ਪੈਂਦੀ ਹੁੰਦੀ ਆ, ਪੈਂਦੀ ਕਿ ਨਹੀਂ ਧੁੰਦ? ਬਹੁਤ ਧੁੰਦ ਪੈਂਦੀ ਆ। ਜਦੋਂ ਸੂਰਜ ਚੜ੍ਹਦਾ ਉਹਦੀ ਤਪਸ਼ ਵੱਧਦੀ ਹੈ, ਉਹਦੀ ਤਪਸ਼ ਦੇ ਨਾਲ ਫਿਰ ਜਿੰਨੀ ਵੀ ਧੁੰਦ ਹੁੰਦੀ ਹੈ ਸਾਰੀ ਖਤਮ ਹੋ ਜਾਂਦੀ ਹੈ।
ਇਸੇ ਤਰ੍ਹਾਂ ਹੀ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ, ਉਸ ਸਮੇਂ ਵੀ ਆਹੀ ਹਾਲ ਸੀ। ਇਸ ਤਰ੍ਹਾਂ ਪੜੋ ਸਾਧ ਸੰਗਤ। ਮਿੱਟੀ ਧੁੰਦ ਜਗ ਚਾਨਣ ਹੋਇਆ ਜੀ, ਮਿੱਟੀ ਧੁੰਦ ਜਗ ਚਾਨਣ ਹੋਇਆ, ਧੁੰਦ ਜਗ ਚਾਨਣ ਹੋਇਆ ਜੀ, ਮਿੱਟੀ ਧੁੰਦ ਜਗ ਚਾਨਣ ਹੋਇਆ। ਚਾਨਣ ਹੋਇਆ, ਧੁੰਦ ਜਗ ਚਾਨਣ ਹੋਇਆ, ਧੁੰਦ ਜਗ ਚਾਨਣ ਹੋਇਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਵਾਹਿਗੁਰੂ ਉਸ ਸਮੇਂ, ਜਿਸ ਸਮੇਂ ਦੇ ਵਿੱਚ ਜ਼ੁਰਮ ਵੱਧ ਜਾਵੇ, ਪਾਪ ਵੱਧ ਜਾਣ, ਝੂਠ ਦਾ ਵਸਾਰਾ ਹੋ ਜਾਵੇ, ਕਿਉਂਕਿ ਰੱਬੀ ਪੁਰਸ਼ ਅਵਤਾਰ ਧਾਰਨ ਕਰਦਾ ਹੁੰਦਾ। ਉਸ ਸਮੇਂ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ। ਸਾਧ ਸੰਗਤ ਜੀ, ਫਿਰ ਉਹਨਾਂ ਨੇ ਆ ਕੇ, ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਫਿਰ ਜਦ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਆਪਾਂ ਕਹਿੰਦੇ ਤੁਰਕੀ ਬਾਣੀ ਆਈ, ਤੁਰੋਂ ਕੀ ਬਾਣੀ ਆਈ? ਗੁਰੂ ਨਾਨਕ ਪਾਤਸ਼ਾਹ ਨੂੰ ਤੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਬਈ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਧਾਰਨ ਹੋਣਾ ਹੈ ਕਲਯੁਗ ਦੇ ਵਿੱਚ। ਧੁੰਦ ਪਾਪ ਸੀ, ਜ਼ੁਰਮ ਪਾਪ ਸੀ, ਅਤਿਆਚਾਰ ਪਾਪ ਸੀ। ਸਾਧ ਸੰਗਤ, ਜਦੋਂ ਵੀ ਕੋਈ ਅਤਿਆਚਾਰ ਜੁਰਮ ਵੱਧ ਜਾਵੇ ਨਾ ਸੰਸਾਰ ਦੇ ਵਿੱਚ, ਫਿਰ ਕਿਸੇ ਮਹਾਂਪੁਰਸ਼ ਨੂੰ ਸੰਸਾਰ ਦੇ ਵਿੱਚ ਆਉਣਾ ਪੈਂਦਾ।
ਔਰ ਉਹ ਪਾਪ ਨੂੰ ਖਤਮ ਕਰਨ ਵਾਸਤੇ, ਜੁਰਮ ਨੂੰ ਖਤਮ ਕਰਨ ਵਾਸਤੇ, ਝੂਠ ਨੂੰ ਖਤਮ ਕਰਨ ਵਾਸਤੇ ਉਹ ਅਵਤਾਰ ਧਾਰਨ ਹੁੰਦਾ ਹੈ। ਅਵਤਾਰ ਬੰਦੇ ਦੇ ਰੂਪ ਵਿੱਚ ਹੀ ਆਉਂਦਾ, ਪੱਥਰ ਦੇ ਰੂਪ 'ਚ ਨਹੀਂ ਕਦੇ ਵੀ ਆਇਆ ਹੈ। ਕਲਯੁਗ ਦੇ ਅਵਤਾਰ ਬਣ ਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਏ। ਉਹਨਾਂ ਨੇ ਫਿਰ ਇਹ ਜਿਹੜਾ ਵਾਹਿਗੁਰੂ ਗੁਰਮੰਤਰ ਜਿਹੜਾ ਉਹਨਾਂ ਨੂੰ ਸੱਚਖੰਡ ਦੇ ਵਿੱਚੋਂ ਮਿਲਿਆ ਸੀ, ਉਹਦਾ ਫਿਰ ਉਹਨਾਂ ਨੇ ਜਾਪ ਕਰਾਇਆ। ਅੱਜ ਵੀ ਕਲਯੁਗ ਹੈ। ਇਸ ਕਲਯੁਗ ਦੇ ਵਿੱਚ ਜਿਹੜਾ ਗੁਰਮੰਤਰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਚੋਂ ਲੈ ਕੇ ਆਂਦਾ, ਨਾਮ 'ਚ ਪਾਇਆ, ਉਹ ਗੁਰਮੰਤਰ ਇਸ ਤਰ੍ਹਾਂ ਸੀ, ਉਹਦਾ ਜਾਪ ਕਰਾਇਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ। ਜਪੋ ਸਤਿਨਾਮ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ ਇੱਕ ਗੁਰਮੰਤਰ ਹੈ। ਜਿਹੜਾ ਸਤਿਨਾਮ ਹੈ ਉਹ ਪੂਰਬਲਾ ਮੰਤਰ ਹੈ। ਜਿਹੜਾ ਮੂਲ ਮੰਤਰ ਹੈ, ਜਿਵੇਂ ਆਪਾਂ ਕਹਿੰਦੇ ਵੀ ਸਿੱਧਾ ਸ਼ਾਰਟਕਟ ਵਗ ਜਾਈਏ, ਉਹ ਸੱਚਖੰਡ ਦਾ ਪੌੜੀ ਹੈ। ਜਿਹਨੇ ਸਿੱਧਾ ਹੀ ਅਕਾਲ ਪੁਰਖ ਦੀ ਪੌੜੀ ਦੇ ਡੰਡੇ ਪੈਰ ਧਰਨਾ ਨਾ, ਉਹ ਮੂਲ ਮੰਤਰ ਪਾਠ ਲੱਗ ਜਾਓ ਕਰਨਾ। ਮੂਲ ਮੰਤਰ ਕਰੋ ਔਰ ਤੁਸੀਂ 6 ਮਾਲਾ ਤੋਂ ਸ਼ੁਰੂ ਕਰ ਦਿਓ। 6 ਮਾਲਾ ਕਰਦੇ ਕਰਦੇ 11 ਮਾਲਾ ਕਰ ਦਿਓ,
11 ਮਾਲਾ ਤੋਂ 21 ਮਾਲਾ ਕਰ ਦਿਓ, 21 ਮਾਲਾ ਵਿੱਚੋਂ 32 ਮਾਲਾ ਕਰ ਦਿਓ। ਇਹਨਾਂ ਦਾ ਬਹੁਤ ਬੜਾ ਇੱਕ ਮਹੱਤਤਾ ਹੈ ਇਹ ਵਾਹਿਗੁਰੂ ਸ਼ਬਦ ਦਾ। ਔਰ ਜਿਹੜਾ ਵਾਹਿਗੁਰੂ ਸ਼ਬਦ ਹੈ, ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਕਲਯੁਗ ਦੇ ਵਿੱਚ ਆ ਕੇ ਇਹੀ ਨਾਮ ਚ ਪਾਇਆ। ਇਹ ਕਲਯੁਗ ਦਾ ਜਾਣੀ ਗੁਰਮੰਤਰ ਹੈ। ਜੇ ਆਪਾਂ ਨੂੰ ਓਮ ਨਮੋ ਸ਼ਿਵਾਏ ਕਹੀ ਜਾਈਏ ਨਾ, ਉਹਦਾ ਨਹੀਂ ਮਹੱਤਵ ਮਿਲਣਾ ਉਹਨੂੰ। ਆਪਾਂ ਜੋ ਮਰਜ਼ੀ ਕਰੀਏ, ਜਿਹੜਾ ਮਹੱਤਵ ਮਿਲਣਾ ਉਹ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਮੰਤਰ ਵਾਹਿਗੁਰੂ ਜਾਪ ਹੈ। ਜੇ ਇੱਕ ਛਿੰਡ ਵੀ ਵਾਹਿਗੁਰੂ ਜਾਪ, ਇੱਕ ਛਿੰਡ ਦੇ ਲੋ ਕਿੰਨਾ ਕੁ ਹੁੰਦਾ? ਇੱਕ ਛਿੰਨ ਕਹਿੰਦੇ ਜੇ ਵਾਹਿਗੁਰੂ ਨਾਮ ਜਪ ਜਾਵੇ ਨਾ, 1 ਕਰੋੜ ਅਸਮੇਤ ਜਗਤ ਦਾ ਫਲ ਮਿਲਦਾ ਗੁਰੂ ਕੋ। 1 ਕਰੋੜ ਅਸਮੇਤ ਜਗਤ ਦਾ ਫਲ। ਕਲਯੁਗ ਦੇ ਵਿੱਚ ਐਡੀ ਬੜੀ ਮਹੱਤਤਾ ਹੈ। ਔਰ ਸਾਧ ਸੰਗਤ ਤੇ ਉਹ ਗੁਰਮੰਤਰ ਸੱਚਖੰਡ ਦੇ ਵਿੱਚੋਂ ਵੀ ਮਿਲਿਆ, ਗੁਰੂ ਨਾਨਕ ਪਾਤਸ਼ਾਹ ਨੇ ਵੀ ਦਿੱਤਾ। ਕਲਯੁਗ ਦੇ ਵਿੱਚ ਕਿਹੜਾ ਗੁਰਮੰਤਰ ਦਿੱਤਾ? ਇਸ ਤਰ੍ਹਾਂ ਪੜ੍ਹੋ ਸਾਰੇ ਮਾਈ ਭਾਈ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਇਹ ਕਲਯੁਗ ਦਾ ਗੁਰਮੰਤਰ ਹੈ। ਦੇਖੋ ਗੁਰੂ ਨਾਨਕ ਮਹਾਰਾਜ ਨੇ ਸਾਡੇ ਵਾਸਤੇ ਐਡੀ ਬੜੀ ਮਿਹਨਤ ਕਰੀ ਕਲਯੁਗ ਤੋਂ ਬਚਾਉਣ ਦੀ ਖਾਤਰ। ਕਲਯੁਗ ਦੀ ਤਪੱਸਿਆ ਬਹੁਤ ਕਰੀ ਹੋਈ ਸੀ, ਇੰਨੀ ਤਪੱਸਿਆ ਕੀਤੀ ਕਲਯੁਗ ਨੇ, ਸਭ ਕੁਛ ਹੀ ਰੱਬ ਦਾ ਲੁੱਟ ਲਿਆ ਸੀ। ਕਲਯੁਗ ਤੋਂ ਬਚਾਉਣ ਦੀ ਖਾਤਰ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਿਰੰਕਾਰ ਦਾ ਰੂਪ ਧਰ ਕੇ ਅਵਤਾਰ ਧਰਨ ਵਾਸਤੇ ਹੋਣਾ ਆ ਗਿਆ ਕਲਯੁਗ ਦੇ ਵਿੱਚ। ਇਹ ਨਿਰੰਕਾਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਤਾਂ ਫਿਰ ਇਹਨਾਂ ਨੇ ਇਹ ਸਤਨਾਮ 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 ਵਾਹਿਗੁਰੂ ਦਾ ਭਾਈ ਸਿਮਰਨ ਕਰਾਇਆ। ਅੱਜ ਕੋਈ ਵੀ ਮਾਈ ਭਾਈ ਦੇਖੋ 4,32,000 ਉਮਰ ਆ ਕਲਯੁਗ ਦੀ, ਹਾਲੇ 5,500 ਵਰਸੇ ਨੂੰ ਹੋਇਆ ਜਨਮ ਲੈ ਨੂੰ। ਹੁਣ ਤੁਸੀਂ ਬਾਕੀ ਦੇਖ ਲਓ ਵੀ ਕਿੰਨੀ ਕੁ ਰਹਿੰਦੀ ਆ। ਇਹਨੇ ਕੀ ਕੌਤਕ ਦਿਖਾਉਣੇ ਨੇ।
4,32,000 ਦੇ ਵਿੱਚੋਂ ਤੁਸੀਂ ਇਹ ਘਟਾ ਕੇ ਦੇ ਲਓ 5,500 ਬਸ ਕਿੰਨਾ ਕੁ ਬਣਦਾ? ਕੁਛ ਵੀ ਨਹੀਂ ਬਣਦਾ। ਹਾਲ ਤਾਂ ਜਵਾਕ ਆ ਇਹ ਕਰ ਜੋਗਾ। ਦੇਖੋ ਪੂਜੀਆਂ ਪੜਾਈਆਂ ਪਈਆਂ ਨੇ ਸੰਸਾਰ ਦੀਆਂ। ਅੱਜ ਭਾਈ ਨੂੰ ਭਾਈ ਨਹੀਂ ਜਾਣਦਾ, ਭੈਣ ਨੂੰ ਭੈਣ ਨਹੀਂ ਜਾਣਦੀ, ਬਾਪ ਪੁੱਤ ਦਾ ਬੈਰੀ ਬਣੇ ਪਿਆ, ਪੁੱਤ ਬਾਪ ਦਾ ਬੈਰੀ ਬਣਿਆ ਪਿਆ। ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮੱਚੀ ਪਈ ਆ। ਇਹ ਕਲਯੁੱਗ ਦਾ ਸਾਰਾ ਹੀ ਕਲਯੁੱਗ ਤੋਂ ਬਚਾਉਣ ਦੀ ਖਾਤਰ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰ ਅਵਤਾਰ ਧਾਰਨਾ ਪੈ ਗਿਆ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜਦੋਂ ਰੌ ਪਾਉਣ ਦੀ ਤਲਵੰਡੀ ਮਹਿਤਾ ਕਾਲੂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੇ ਘਰ ਇਹਨਾਂ ਨੇ ਅਵਤਾਰ ਧਾਰਨ ਕੀਤਾ ਨਾ, ਉਸ ਸਮੇਂ ਦੇ ਵਿੱਚ ਸਾਰੀ ਪ੍ਰਕਿਰਿਆ ਇੱਕਦਮ ਬੰਦ ਹੋ ਗਈ ਸੀ। ਤਿੰਨੇ ਲੋਕਾਂ ਦੀ ਪ੍ਰਕਿਰਿਆ ਬੰਦ ਹੋ ਗਈ ਸੀ। ਐਡੀਆਂ ਬੜੀਆਂ ਤਾਕਤਾਂ ਲੈ ਕੇ, ਸਾਰੀਆਂ ਪਾਵਰਾਂ ਲੈ ਕੇ ਕਲਯੁੱਗ ਦੇ ਵਿੱਚ ਇਹ ਨਿਰੰਕਾਰ ਦਾ ਰੂਪ ਧਾਰ ਕਰਕੇ, ਨਿਰੰਕਾਰ ਗੁਰੂ ਨਾਨਕ ਵਾਲਾ ਆਪ ਹੀ ਸੀਗੇ। ਆਪੇ ਰੱਬ ਸੀ, ਆਪੇ ਨਿਰੰਕਾਰ ਸੀ, ਆਪੇ ਬੰਦਾ ਸੀ, ਆਪੇ ਜਵਾਬ ਸੀ। ਤਾਂ ਜਦੋਂ ਇਹ ਕਲਯੁੱਗ ਦੇ ਵਿੱਚ ਫਿਰ ਇਹਨੂੰ ਆਉਣਾ ਪਿਆ, ਜਦੋਂ ਪਾਪ ਵੱਧ ਗਏ, ਜ਼ੁਲਮ ਵੱਧ ਗਿਆ। ਹੁਣ ਤੁਸੀਂ ਅੱਜ ਵੀ ਦੇਖੋ ਕਲਯੁੱਗ ਦਾ ਐਡਾ ਬੜਾ ਪ੍ਰਭਾਵ ਹੈ। ਅੱਜ ਭਾਈ ਦਾ ਭਾਈ ਵੈਰੀ ਆ, ਬਾਪ ਦਾ ਪੁੱਤ ਵੈਰੀ ਆ, ਮਾਂ ਧੀ ਦੀ ਨਹੀਂ ਬਣਦੀ, ਕਿਉਂਕਿ ਸਾਰਾ ਹੀ ਇੱਕ ਮੈਂ ਮੇਰੀ ਦਾ ਵਸਾਰਾ ਰਹਿ ਗਿਆ। ਬਸ ਕੋਈ ਬਿਰਲੇ ਹੀ ਹੋਣਗੇ, ਬਹੁਤੀ ਆਤਮਾ ਨਹੀਂ ਹਨ ਜਿਹੜੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਣੀ ਨਾਲ ਜੁੜੀਆਂ ਹੋਣ, ਜਾਂ ਗੁਰੂ ਨਾਨਕ ਨਾਲ ਜੁੜੀਆਂ ਹੋਣ, ਜਾਂ ਪਰਮੇਸ਼ਰ ਦੇ ਨਾਮ ਨਾਲ ਜੁੜੀਆਂ ਹੋਣ, ਜਾਂ ਕਲਯੁੱਗ ਤੋਂ ਬਚਾਅ ਦੇ ਵਾਸਤੇ ਜੁੜੀਆਂ ਹੋਣ। ਉਹ ਬਹੁਤੀਆਂ ਨਹੀਂ ਹਨ। ਮਹਾਰਾਜ ਨੂੰ ਇਹ ਵੀ ਲਿਖਣਾ ਪੈ ਗਿਆ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਕਹਿੰਦੇ ਕਿੰਨੇ ਕੁ ਆਤਮਾ ਨੇ, ਕਿੰਨੇ ਕੁ ਰੂਹਾਂ ਨੇ ਜਿਹੜੀਆਂ ਪਰਮੇਸ਼ਰ ਨੂੰ ਜਾਣ ਵਾਲੇ ਨੇ। ਇਸ ਤਰ੍ਹਾਂ ਮਹਾਰਾਜ ਦੀ ਬਾਣੀ ਨੇ ਕਿਹਾ। ਇੱਦਾਂ ਪੜੋ ਭਾਈ ਸਾਰੇ ਮਾਰੇ ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ। ਬਿਰਲੇ ਬਿਰਲੇ ਬੰਦੇ ਤੇ ਨਾਮ ਦੇ ਵਪਾਰੀ।
बिरले बिरले बंदे तेरे नाम दे व्यापारी। बिरलिया आत्मा ने पार कहते बहुते नहीं हैं जिहड़े किसी महापुरुष की परख कर लैन, बहुते नहीं हैं जिहड़े नाम की परख कर लैन, बहुते नहीं हैं जिहड़े सच्चे ने। नहीं, ये जुगा जुगा विच ही हुंदा आया है। पाप भी चलता रहा है, पुण्य भी चलता रहा है, और साध संगत जी निंदा भी चलती रही है, उस भी चल रही है। ये हरेक समय से चलती आई है। सतयुग तो त्रेता द्वापर कलयुग, सारे युगों विच। पर जदों इस धरती के उपर जुर्म बढ़ जाता ना, झूठ बढ़ जाता, पाप होने लग जाता, गऊ गरीब की रक्षा नहीं होंदी, गरीबां नूं लताड़िया जाता, फिर उस समय विच धरती आवाज़ करती है अकाल पुरख वाहिगुरू नूं। कुछ ऐसा महापुरुष भेज जग दे उपर जिहड़ा आके आप भी नाम जपे और उन्होंने नाम जपावे भी। जिहड़ा आप जपूगा वही जपा सकदा, जिहड़ा आप नहीं जपदा वो भी जपाऊगा। जिन्होंने किसी पिंड के रास्ते का पता ही नहीं है, वो किसी पिंड का रास्ता की दस दूगा। जिन्होंने सचखंड का पता नहीं, सचखंड का की दस दूगा। लग्या दस हुंदा है। इस तरह ही साध संगत जी ये जड़ा कलयुग का समा ना, कलयुग के समय में अवतार बन के आए सी श्री गुरु नानक पातशाह। इन्हें फिर माता त्रिपता की कुख में आके भाग लाए, अराय पौंदी तरमंडी। उस समय भी जुर्म बहुत सी, कितने अजे नहीं जुर्म हो रहा, पाप हो रहा। हरेक युग के होया। सतयुग में भी पाप बड़ा होया, द्वापर में भी पाप बड़ा होया, त्रेते में भी बड़ा होया। आज कलयुग का पापा का भरिया हुई है बिल्कुल। यदा जमा ही खाली नहीं है। पाप है पाप, पाप है पाप, झूठ है झूठ, जिधर देखो झूठ, जिधर देखो मैं ये हो रही है। नाम वाले पासे, पुण्य वाले पासे, दया वाले पासे वो बिरलियां ने आत्मा बहुते नहीं गया। क्योंकि महाराज को भी ये चीज़ लिखना पै गया, अंतर गुरु आराधना, जीवा जप गुर नाम, नेत्री सतगुर पेखना, सरबणी सुनना गुर नाम, सतगुर सेती रत्या, दरगे पाइए थो, कहो नानक कृपा करे, जिसनों ये बथ दे, जग में उत्तम काढ़िए। ये अज भी बाणी लिखा कि इदा पढ़ो सारे माए भाई। बिरले बिरले बंदे तेरे नाम दे व्यापारी, बिरले बिरले बंदे तेरे नाम दे व्यापारी।
ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ। ਇਹ ਮਹਾਰਾਜ ਨੇ ਕਿਹਾ ਇੱਕ ਤਾਂ ਸੱਚ ਬੋਲਣ ਵਾਲੇ, ਅੱਜ ਵੀ ਨਾਮ ਦੇ ਜਪਣ ਵਾਲੇ, ਇਹ ਬੇਦੀਆਂ ਰੂਹਾਂ ਨੇ ਗੁਰਮੁਖੋ, ਬਹੁਤੇ ਨਹੀਂ ਹਨ। ਕਿ ਮਹਾਰਾਜ ਦੀ ਬਾਣੀ ਕਦੇ ਝੂਠੀ ਨਹੀਂ ਹੋ ਸਕਦੀ। ਮਹਾਰਾਜ ਦੀ ਬਾਣੀ ਸੱਚ ਕਾਲ ਸੱਚਾ ਹੈ। ਜਗ ਮੈਂ ਉਤਮ ਕਾਢੀਏ ਬਿਰਲੇ ਕਈ ਕੇ, ਬਿਰਲੇ ਨੇ, ਬਿਰਲੀ ਆਤਮਾ ਨੇ। ਜਦੋਂ ਜਦੋਂ ਪਾਪ ਵੱਧਦਾ, ਜੁਰਮ ਵੱਧਦਾ, ਉਸ ਸਮੇਂ ਦੇ ਵਿੱਚ ਫਿਰ ਕੋਈ ਮਹਾਂਪੁਰਸ਼, ਕੋਈ ਅਵਤਾਰ, ਕੋਈ ਰੱਬ ਦਾ ਪਿਆਰਾ ਇਹ ਧਰਤੀ ਦੇ ਉੱਪਰ ਜਨਮ ਲੈ ਕੇ ਆਉਂਦਾ ਹੈ। ਜਿਵੇਂ ਕਲਯੁਗ ਦੇ ਵਿੱਚ ਆਪਣੇ ਇਲਾਕੇ ਵਿੱਚ, ਆਪਣੀ ਧਰਤੀ ਉੱਪਰ ਹਜ਼ੂਰ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਆਲੋਵਾਲ ਦੀ ਧਰਤੀ ਰਾਮ ਸਿੰਘ ਲੰਬੜਦਾਰ ਦੇ ਘਰ ਦੇ ਵਿੱਚ ਜਨਮ ਲੈ ਕੇ ਔਰ ਇੰਨਾ ਨਾਮ ਜਪਿਆ ਅਤੇ ਦੁਨੀਆ ਨੂੰ ਨਾਮ ਜਪਾਇਆ ਔਰ ਆਪ ਤਰ ਗਏ, ਇੰਨਾ ਦੁਨੀਆ ਨੂੰ ਤਾਰਿਆ, ਕੋਈ ਗਿਣਤੀ ਨਹੀਂ ਹੋ ਸਕਦੀ ਮੇਰਾ ਖਿਆਲ। ਇੰਨਾ ਸਟੇਜ ਮਹਾਂਪੁਰਸ਼ਾਂ ਨੇ ਦਿੱਤਾ। ਤੇ ਮਹਾਰਾਜ ਕਹਿੰਦੇ ਹੁੰਦੇ ਜਗ ਮੈਂ ਉਤਮ ਕਾਢੀਏ ਬਿਰਲੇ ਕਈ ਕੇ, ਇਹ ਬਿਰਲੀ ਆਤਮਾ ਨੇ। ਹੁਣ ਅੱਜ ਦੇਖੋ, ਕੋਈ ਜ਼ਬਾਨ, ਕੋਈ ਧਾਰਮਿਕ ਕੰਮ, ਕੋਈ ਸ਼ੁਭ ਕੰਮ ਤੁਸੀਂ ਕਰਨ ਦੀ ਕੋਸ਼ਿਸ਼ ਕਰੋ, ਉਹਦੇ ਵਿੱਚ ਬਹੁਤ ਹੀ ਰਿਚਣਾ ਆਉਣਗੀਆਂ, ਕਿਉਂਕਿ ਕਲਯੁਗ ਦਾ ਜ਼ੋਰ ਹੈ। ਕਲਯੁਗ ਚੰਗਾ ਪਾਸੇ ਕੰਮ ਹੋਣ ਨਹੀਂ ਦਿੰਦਾ, ਚੰਗਾ ਕੰਮ ਨਹੀਂ ਹੋਣ ਦਿੰਦਾ। ਇਹਨੇ ਮਾੜੇ ਕੰਮ ਕਰਾਉਣੇ ਨੇ ਕਲਯੁਗ ਨੇ, ਲੜਾਈਆਂ, ਝਗੜੇ, ਕਲਾ ਕਲੇਸ਼। ਕਲਯੁਗ ਕਹਿੰਦੇ ਕਲਾ ਕਲੇਸ਼ ਹੁੰਦੇ। ਜਦੋਂ ਨਾਮ ਵਿਛੜ ਗਿਆ ਆਪਣੇ ਹਿਰਦੇ ਵਿੱਚੋਂ, ਸਮਝ ਲਓ ਤੁਹਾਡੇ ਉੱਪਰ ਕਾਲ ਦਾ ਪਹਿਰਾ ਆ ਗਿਆ। ਜਦੋਂ ਕਾਲ ਦਾ ਪਹਿਰਾ ਆ ਗਿਆ, ਜਦ ਇਹ ਸਰੀਰ ਆਹੀ ਹੁੰਦਾ, ਦਮ ਆਹੀ ਹੁੰਦਾ ਹੈ, ਬੁੱਧੀ ਇਹੀ ਹੁੰਦੀ ਹੈ, ਉਹ ਬੁੱਧੀ ਭ੍ਰਿਸ਼ਟ ਹੋ ਕੇ ਮਾੜੇ ਕੰਮ ਲੱਗ ਜਾਂਦੀ ਹੈ ਕਰਨਾ, ਮਾੜੇ ਕੰਮ ਲੱਗ ਜਾਂਦੀ ਹੈ ਕਰਨ। ਜਦੋਂ ਉਹ ਮਾੜੇ ਕੰਮ ਲੱਗ ਜਾਂਦੇ ਕਰਨ, ਉਹਨੂੰ ਫਿਰ ਚੰਗਾ ਪਾਉਂਦਾ ਹੀ ਹੈ ਨਹੀਂ, ਉਹਨੇ ਪਾਪ ਇਹ ਪਾਪ ਕਰਨਾ। ਫਿਰ ਮਹਾਰਾਜ ਨੇ ਕਹਿਣਾ ਪਾਪੀ ਨੂੰ ਪਾਪ ਪਿਆਰਾ, ਪਾਪੀ ਨੂੰ ਹਮੇਸ਼ਾ ਹੀ ਪਾਪ ਪਿਆਰਾ ਹੁੰਦਾ। ਨਿੰਦਾ ਨੂੰ ਨਿੰਦਾ ਪਿਆਰੀ ਹੁੰਦੀ ਹੈ, ਉਸ ਤਰ੍ਹਾਂ ਨੂੰ ਉਸ ਤੋਂ ਪਿਆਰੀ ਹੁੰਦੀ ਹੈ। ਜਿਸ ਸਮੇਂ ਦੇ ਵਿੱਚ ਇਹ ਪਾਪ ਜ਼ੋਰਾਂ 'ਤੇ ਹੋ ਗਿਆ, ਅੰਧਕੋਰ ਮਚ ਗਿਆ, ਬੰਦੇ ਨੂੰ ਬੰਦੇ ਦਾ ਬੈਰੀ ਬਣ ਗਿਆ, ਧੀਆਂ ਭੈਣਾਂ ਦੀਆਂ ਇੱਜ਼ਤਾਂ ਖਰਾਬ ਹੋਣ ਲੱਗ ਗਈਆਂ, ਉਸ ਸਮੇਂ ਦੇ ਵਿੱਚ ਫਿਰ ਧਰਤੀ ਡੋਲੀ। ਜਦੋਂ ਧਰਤੀ ਡੋਲਦੀ ਆ, ਆਪਾਂ ਕਈ ਕਹਿੰਦੇ ਭੁਚਾਲ ਆਉਂਦਾ, ਇਹ ਭੁਚਾਲ ਨਹੀਂ ਹੁੰਦਾ ਹੈ। ਜਦੋਂ ਧਰਤੀ ਉੱਪਰ ਪਾਪ ਵੱਧ ਜਾਣ, ਫਿਰ ਧਰਤੀ ਡੋਲਦੀ ਹੁੰਦੀ ਆ। ਇਹ ਪਾਪ ਵੱਧਦੇ ਜਦੋਂ ਡੋਲਦੀ ਆ, ਭੁਚਾਲ ਕੋਈ ਨਹੀਂ ਹੁੰਦਾ ਹੈ। ਪਾਪ ਕਦੋਂ ਵੱਧਦਾ? ਜਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਗਈ, ਉਹ ਗੁਰੂ ਦੀ ਉਂਗਲੀ ਛੱਡਤੀ, ਗੁਰੂ ਤੋਂ ਬੇਮੁਖ ਹੋਇਆ, ਔਰ ਫਿਰ ਉਹ ਕਾਲ ਦੇ ਵੱਸ ਪੈ ਜਾਂਦਾ। ਕਾਲ ਨੇ ਚੰਗਾ ਕੰਮ ਨਹੀਂ ਕਰਾਉਣਾ, ਮਾੜਾ ਕੰਮ ਕਰਾਉਣਾ। ਗੁਰਮੁਖ ਨੇ ਚੰਗਾ ਕੰਮ ਕਰਾਉਣਾ, ਮਾੜਾ ਨਹੀਂ ਕਰਾਉਣਾ। ਇਹਨਾਂ 'ਚ ਅੰਤਰ ਹੈ।
ਤਾਂ ਉਸ ਸਮੇਂ ਵੀ ਜਦੋਂ ਐਡਾ ਬੜਾ ਅਤਿਆਚਾਰ ਹੋਣ ਲੱਗਿਆ, ਐਡਾ ਅਤਿਆਚਾਰ ਹੋਣ ਲੱਗਿਆ ਕਿ ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਕੈਦ ਕਰਕੇ ਚੱਕੀਆਂ ਪਾਉਣ ਲਾਤਾ। ਔਰ ਚੰਗੇ ਚੰਗੇ ਜਿਹੜੇ ਧਰਮੀ ਪੁਰਸ਼ ਸੀਗੇ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਵਿੱਚ ਡੱਕਣ ਲੱਗ ਗਿਆ, ਦੰਡ ਦੇਣ ਲੱਗ ਗਿਆ। ਔਰ ਇੰਨਾ ਜ਼ੁਲਮ ਹੋ ਗਿਆ। ਪਰ ਧਰਤੀ ਨੇ ਪੁਕਾਰ ਕੀਤੀ। ਜਦੋਂ ਧਰਤੀ ਨੇ ਪੁਕਾਰ ਕੀਤੀ ਫਿਰ ਰਾਏ ਭੌਂ ਦੀ ਤਲਵੰਡੀ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲੱਗੇ। ਕੋਈ ਨਾਮੀ ਪੁਰਸ਼, ਅਵਤਾਰ ਪੁਰਸ਼, ਨਾਮ ਜਪਣ ਵਾਲਾ ਪੁਰਸ਼, ਉਹ ਜਿਹੜੀ ਮਾਤਾ ਹੁੰਦੀ ਹੈ ਨਾ, ਉਹਦੀ ਇੰਨੀ ਤਪੱਸਿਆ ਕਰੀ ਹੁੰਦੀ ਹੈ ਜਿਹਦਾ ਕੋਈ ਅੰਤ ਨਹੀਂ ਹੁੰਦਾ। ਉਹਦੇ ਪੇਟ ਦੇ ਵਿੱਚੋਂ ਜਨਮ ਨਾਮ ਜਪਣ ਵਾਲਾ ਲੈਂਦਾ। ਫਿਰ ਉਹ ਜਿਹੜੀਆਂ ਮਾਤਾ ਨੇ ਉਹਨਾਂ ਨੂੰ ਬਾਣੀ ਨੇ ਇੰਨਾ ਸਰਾਹਿਆ, ਇੰਨੀ ਉਸਤਤ ਕਰੀ ਹੈ, ਕੋਈ ਅੰਤ ਨਹੀਂ ਛੱਡਿਆ। ਗੁਰੂ ਮਹਾਰਾਜ ਦੀ ਬਾਣੀ ਨੇ ਬਚਨ ਕੀਤੇ ਕਿ ਧੰਨ ਨੇ ਉਹ ਮਾਵਾਂ ਜਿਹੜੀਆਂ ਕਿਸੇ ਨਾਮ ਜਪਣ ਵਾਲੇ ਬੱਚਿਆਂ ਨੂੰ ਜਨਮ ਦਿੰਦੇ ਨੇ। ਇਸ ਤਰ੍ਹਾਂ ਪੜ੍ਹੋ ਸ਼ਾਸਤਰ ਦੀ। ਟਾਈਮ ਦਾ ਕਿੰਨਾ ਰਹਿੰਦਾ? ਇਹ ਬਿਰਧ ਸੁਆਮੀ ਦਾ ਚਰਨੀ ਆਇਆ ਨੂੰ ਗੜ ਲਾਉਣਾ। ਇਹ ਬਿਰਧ ਸੁਆਮੀ ਦਾ ਚਰਨੀ ਆਇਆ ਨੂੰ ਗੜ ਲਾਉਣਾ। ਬਿਰਧ ਸੁਆਮੀ ਦਾ
ਸਾਧ ਸੰਗਤ ਜੀ, ਇਹ ਫਿਰ ਜਦੋਂ ਧਰਤੀ 'ਤੇ ਬੋਝ ਹੁੰਦਾ ਨਾ, ਰੱਬੀ ਮਹਾਂਪੁਰਸ਼ ਆਉਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਰਾਏ ਭੌਂ ਦੀ ਤਲਵੰਡੀ ਫਿਰ ਭਾਗ ਲਾਏ। ਉਹਨਾਂ ਨੇ ਪੁਕਾਰ ਸੁਣੀ। ਟਾਈਮ ਦੱਸ ਦਿਓ ਮੈਨੂੰ, ਕਿੰਨਾ ਕਿੰਨਾ ਕੁ ਲਾਈ ਹੈ। ਤਾਂ ਸਾਧ ਸੰਗਤ ਰਾਏ ਭੌਂ ਦੀ ਤਲਵੰਡੀ ਫਿਰ ਮਾਤਾ ਤ੍ਰਿਪਤਾ ਦੀ ਕੁੱਖੋਂ ਅਵਤਾਰ ਧਾਰਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਉਹਨਾਂ ਨੇ ਫਿਰ 36 ਯੁੱਗ ਦੀ ਕਮਾਈ ਕੀਤੀ, ਫਿਰ ਇਸ ਸੰਸਾਰ ਦੇ ਵਿੱਚ ਲਾਈ। ਕਿਹੜੀ ਲਾਈ, ਕਿਹੜੀ ਕਮਾਈ ਕੀਤੀ? ਗੁਰ ਸ਼ਬਦ, ਵਾਹਿਗੁਰੂ ਸ਼ਬਦ ਦਾ ਜਾਪ ਕਰਾਇਆ ਉਹਨਾਂ ਨੇ। ਗੁਰ ਕੋ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਕਿਸੇ ਆਪਣੇ ਘਰਾਂ ਵਿੱਚ ਵਾਹਿਗੁਰੂ ਦਾ ਜਾਪ ਜਪਦੇ ਨੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜਿਹੜੇ ਵਾਹਿਗੁਰੂ ਦਾ ਭਜਨ ਕਰਦੇ ਨੇ, ਉਹਨਾਂ ਘਰਾਂ ਦੇ ਵਿੱਚ ਸਤਿਯੁਗ ਬਣ ਜਾਊਗਾ। ਲੜਾਈ ਨਹੀਂ ਹੋਊ, ਝਗੜਾ ਨਹੀਂ ਹੋਊ, ਨਿੰਦਾ ਨਹੀਂ ਹੋਊ, ਪਾਪ ਨਹੀਂ ਹੋਊ, ਸਤੋਗੁਣੀ ਬਿਰਤੀਆਂ ਬਣ ਜਾਣਗੀਆਂ। ਐਡੀ ਬੜੀ ਤਾਕਤ ਹੈ ਵਾਹਿਗੁਰੂ ਸ਼ਬਦ ਦੇ ਵਿੱਚ। ਮੈਂ ਤੁਹਾਨੂੰ ਇੱਥੇ ਤੱਕ ਵੀ ਕਹਿਣਾ, ਵਾਹਿਗੁਰੂ ਸ਼ਬਦ ਦੇ ਵਿੱਚ ਐਡੀ ਬੜੀ ਤਾਕਤ ਹੈ, ਮਰੇ ਨੂੰ ਵੀ ਜਿਉਂਦਾ ਕਰ ਸਕਦਾ। ਜੇ ਮਰ ਜਾਵੇ ਡਾਕਟਰ ਜਵਾਬ ਦੇ ਦੇਣ। ਵਾਹਿਗੁਰੂ ਸ਼ਬਦ ਦਾ ਜਾਪ ਕਰਾ ਦਿਓ, ਜਾਪ ਕਰਾ ਕੇ ਜਲ ਦਾ ਛੱਟਾ ਮਾਰ ਦਿਓ, ਮਰਿਆ ਜਿਉਂਦਾ ਹੋ ਜਾਊਗਾ। ਬਹੁਤ ਤਾਕਤਾਂ ਨੇ ਪਾਈ ਹੈ। ਤਾਂ ਇਸੇ ਤਰ੍ਹਾਂ ਸਾਧ ਸੰਗਤ, ਜਦੋਂ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਇਆ, ਕੱਤੋਂ ਦੀ ਪੂਰਨਮਾਸੀ ਆਉਣ ਵਾਲੀ ਹੈ, ਅਵਤਾਰ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ। ਔਰ ਸਾਧ ਸੰਗਤ ਜੀ, ਫਿਰ ਉਹਨਾਂ ਨੇ ਧੁਰੋਂ ਹੀ ਗੁਰਮੰਤਰ ਲੈ ਕੇ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਾਇਆ ਸਾਰੇ ਸੰਸਾਰ ਦੇ ਵਿੱਚ। ਬਰਮਾ ਤੋਂ, ਕਾਂਡਾ ਤੋਂ, ਜਿੰਨੇ ਵੀ ਪੱਥਰ ਪੂਜਾ, ਮਿੱਟੀ ਕੱਢਣੀ, ਸਾਰੇ ਭਰਮਾਂ ਵਿੱਚੋਂ ਦੂਰ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਇੱਕ ਵਾਹਿਗੁਰੂ ਸ਼ਬਦ ਦੇ ਨਾਲ ਜੋੜਨਾ ਕੀਤਾ। ਤਾਂ ਵਾਹਿਗੁਰੂ ਸ਼ਬਦ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਕੋਈ ਜਪ ਕੇ ਦੇਖ ਲਓ, ਅੱਜ ਕੱਲ੍ਹ ਯੁੱਗ ਦੇ ਵਿੱਚ ਮੈਂ ਦਾਅਵੇ ਨਾ ਕਹਿਣਾ, ਕੱਲ੍ਹ ਤੋਂ ਸ਼ੁਰੂ ਕਰ ਦਿਓ। ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਵੇਲੇ ਉੱਠ ਕੇ ਕੇਸ਼ੀ ਇਸ਼ਨਾਨ ਕਰੋ। ਕੇਸ਼ੀ ਇਸ਼ਨਾਨ ਕਰਕੇ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋ। ਤੁਹਾਡੇ ਘਰਾਂ ਦੇ ਵਿੱਚ ਸਤਿਯੁਗ ਬਣ ਜੂਗਾ। ਸਤਿਯੁਗ ਤੁਹਾਡੇ ਘਰਾਂ ਵਿੱਚ ਸੱਚਖੰਡ ਬਣ ਜੂਗਾ। ਸੱਚਖੰਡ, ਸੱਚਖੰਡ ਬਸੇ ਨਿਰੰਕਾਰ। ਸੱਚਖੰਡ ਕਿਹਨੂੰ ਕਹਿੰਦੇ ਨੇ? ਸੱਚਖੰਡ ਦੇ ਵਿੱਚ ਤੁਸੀਂ ਬੈਠੇ ਹੋ, ਸੱਚਖੰਡ ਦੇ ਵਿੱਚ ਹੀ ਬੈਠੇ ਹੋ। ਇਹੀ ਸੱਚਖੰਡ ਹੈ। ਔਰ ਜਦੋਂ ਤੁਸੀਂ ਸਗ ਦੇ ਵਿੱਚ ਉੱਠ ਕੇ ਬਾਹਰ ਵਗ ਗਏ, ਔਰ ਜਦੀ ਕਲਯੁਗ ਨੇ ਪ੍ਰਭਾਵ ਪਾ ਜਾਣਾ, ਔਰ ਜਦੀ ਤੁਹਾਡਾ ਸਤਸੰਗ ਦਾ ਪ੍ਰਭਾਵ ਘਟ ਜਾਣਾ। ਤਾਂ ਸਾਧ ਸੰਗਤ, ਸਤ ਸੰਗਤ ਕਰਦੇ ਰਹੋ, ਕਰਦੇ ਰਹੋ। ਇਹਦੇ ਵਿੱਚ ਬਹੁਤ ਬੜਾ ਫਲ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਹਿਤਾ ਕਾਲੂ ਦੀ ਘਰ ਜਨਮ ਲੈ ਕੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਉਣਾ ਕੀਤਾ। ਇਹ ਕੱਤੋਂ ਦੀ ਪੂਰਨਮਾਸੀ ਨੂੰ, ਚਲੋ ਲਿਖਤੀ ਰੂਪ ਦੇ ਵਿੱਚ ਤਾਂ ਮੈਂ ਕਹਿ ਨਹੀਂ ਸਕਦਾ ਕੁਛ, ਅੰਦਾਜ਼ਾ ਲਾ ਲਓ। ਕੱਤੋਂ ਦੀ ਪੂਰਨਮਾਸੀ ਨੂੰ ਅਵਤਾਰ ਦਿਹਾੜਾ ਧਾਰਨ ਕੀਤਾ। ਔਰ ਜਦੋਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ, ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ, ਤਾਂ ਉਸ ਸਮੇਂ ਦੇ ਵਿੱਚ
ये महाराज लिखते हैं एक दोवें पापों का जो घोट से सारा खत्म हो गया। इस तरह गुरु नानक पातशाह ने लिखा, इदा पढ़ो सारे भाई भाई। मिट्टी धुंध जग चानण होया जी, मिट्टी धुंध जग चानण होया, धुंध जग चानण होया, धुंध जग चानण होया। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ, ਮਿੱਟੀ ਧੁੰਦ ਦਾ ਕੀ ਮਤਲਬ ਹੈ ਕਿ ਪਾਪ ਸਾਰੇ ਦੌੜ ਗਏ, ਪਾਪ ਭੱਜ ਗਏ ਜਾਣੀ ਜਦੋਂ ਗੁਰੂ ਨਾਨਕ ਆਇਆ। ਅੱਜ ਵੀ ਤੁਸੀਂ ਦੇਖ ਲਓ, ਸੱਚ ਦੇ ਮੂਹਰੇ ਕਦੇ ਝੂਠ ਨਹੀਂ ਖੜੂਗਾ। ਜਿੰਨਾ ਮਰਜ਼ੀ ਝੂਠ ਬੋਲ ਲਵੇ, ਉਹਨੂੰ ਇੱਕ ਦਿਨ ਸੱਚ ਦੇ ਚਰਨਾਂ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਉਣੀ ਪਊਗੀ। ਆ ਸਾਧ ਸੰਗਤ, ਸੱਚਖੰਡ ਵਸੇ ਨਿਰੰਕਾਰ। ਤੁਸੀਂ ਝੂਠ ਨਾ ਬੋਲੋ, ਭਾਵੇਂ ਨਾਮ ਘੱਟ ਜਪੋ, ਸੱਚ ਬੋਲੋ। ਜੋ ਕੁਛ ਵੀ ਹੈ ਸੱਚ ਬੋਲੋ। ਤੁਹਾਡੀ ਗਰਦਨ 'ਤੇ ਕੋਈ ਕਰਵਾਨ ਨਹੀਂ ਲੜਕਦੀ ਵੀ ਅਸੀਂ ਝੂਠ ਬੋਲਣਾ, ਨਹੀਂ ਸੱਚ ਬੋਲੋ। ਫਿਰ ਮਹਾਰਾਜ ਕਹਿੰਦੇ ਸੱਚ ਜਿੰਨਾ ਤਪ ਨਹੀਂ, ਝੂਠ ਜਿੰਨਾ ਪਾਪ ਨਹੀਂ। ਸੱਚ ਬੋਲਣਾ ਇੱਕ ਬਹੁਤ ਵੱਡੀ ਭਗਤੀ ਹੈ। ਸੱਚ ਬੋਲਣਾ ਹੀ ਬਹੁਤ ਵੱਡਾ ਇਤਿਹਾਸ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚ ਬੋਲਿਆ, ਔਰੰਗਜ਼ੇਬ ਤੋਂ ਡਰਿਆ ਨਹੀਂ ਹੈ। ਉਹਦੇ ਸਾਹਿਬਜ਼ਾਦਿਆਂ ਨੇ ਸੱਚ ਬੋਲਿਆ, ਵਜੀਦੇ ਤੋਂ ਡਰੇ ਨਹੀਂ ਹਨ। ਭਾਈ ਮਨੀ ਸਿੰਘ ਨੇ ਬੰਦ ਕਟਵਾਇਆ, ਸੱਚ ਬੋਲਿਆ, ਉਹ ਕਿਸੇ ਤੋਂ ਡਰਿਆ ਨਹੀਂ ਹੈ। ਸੱਚ ਇੱਕ ਬਹੁਤ ਬੜੀ ਤਾਕਤ ਹੈ। ਪਰ ਮਹਾਰਾਜ ਨੇ ਇੱਕ ਪਾਸੇ ਇਹਦਾ ਬੈਨ ਵੀ ਲਾਤਾ, ਔਖਣ ਔਖਾ ਸੱਚਾ ਨਾਂ। ਸੱਚਾ ਨਾਂ ਲੈਣਾ ਬੜਾ ਔਖਾ, ਗੁਰੂ ਕੋ ਬੜਾ ਔਖਾ। ਝੂਠ ਤਾਂ ਮਿੰਟ ਦੇ ਵਿੱਚ ਹੀ ਰਹੀ ਜਾਵਾਂਗੇ, ਝੂਠ ਵੱਢੀ ਜਾਵਾਂਗੇ। ਜਦੋਂ ਕੋਈ ਸੱਚ ਕਰਨਾ ਪੈ ਜਾਵੇ ਫਿਰ ਬੜੀ ਔਖੀ ਘਾਟੀ ਹੈ ਸਾਧ ਸੰਗਤ। ਇਹ ਐਵੇਂ ਨਹੀਂ ਕਿਹਾ ਕੋਈ ਇਹ ਕਿਰਪਾਨ ਦੇ ਉੱਪਰ ਨਹੀਂ ਲਟਕਣਾ ਹੁੰਦਾ ਹੈ। ਗੁਰੂ ਦੇ ਬਚਨਾਂ ਦੇ ਉੱਪਰ ਚੱਲਣਾ ਹੀ, ਗੁਰੂ ਇਤਿਹਾਸ ਦੇ ਉੱਪਰ ਚੱਲਣਾ ਹੀ। ਖੰਡਿਓ ਤਿੱਖੀ ਬਾੜੋ ਨਿੱਕੀ, ਔਖੀ ਹੈ ਗੁਰਸਿੱਖੀ। ਇਹ ਬਚਨਾਂ ਨੂੰ ਕਮਾਉਣਾ ਹੀ ਗੁਰਸਿੱਖੀ, ਬਚਨਾਂ 'ਚ ਚੱਲਣਾ ਹੀ ਹੈ। ਇਸੇ ਤਰ੍ਹਾਂ ਲਿਖਿਆ ਸਾਧ ਸੰਗਤ, ਇੱਦਾਂ ਪੜ੍ਹੋ ਸਾਰੇ ਭਾਈ ਭਾਈ।
खंडो तिक्की बाड़ो निकी गुर सिक्की है सीता औखी है कमाउणी खालसा खंडो तिक्की बाड़ो निकी गुर सिक्की है औखी है कमाउणी खालसा सिक्की है सीता औखी है कमाउणी खालसा खंडो सिक्खी का भाव की आ सच बोलना ही खंडे ही सारा ਆਪਾਂ ਤਾਂ ਪੈਰ ਪੈਰ ਤੇ ਝੂਠ ਬੋਲ ਲੈਂਦੇ ਹਾਂ ਮਾੜਾ ਜਿਹਾ ਦੁੱਧ ਡੁੱਲ ਜਾਵੇ ਗਲਾਸ ਦੇ ਵਿੱਚ ਉਹਦੇ ਵਿੱਚ ਬੋਲ ਮੈਂ ਤਾਂ ਵਿੱਚ ਹੀ ਡੁੱਲਿਆ ਲੈ ਕੀ ਗੱਲ ਆ ਭਲਾ ਇੱਕ ਦੁੱਧ ਡੁੱਲ ਗਿਆ ਕਹਿੰਦੇ ਤੂੰ ਵਿੱਚ ਦੁੱਧ ਡੁੱਲ ਗਿਆ ਇਹਦੇ ਵਿੱਚ ਹੀ ਝੂਠ ਬੋਲ ਜਾਂਦੇ ਆਪਾਂ ਤਾਂ ਅੱਜ ਪਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਸੱਚ ਜਿੰਨਾ ਤਾਪ ਨਹੀਂ ਝੂਠ ਜਿੰਨਾ ਪਾਪ ਨਹੀਂ ਹੈ ਇੱਕ ਝੂਠ ਬੋਲ ਦੋ ਇੰਨਾ ਪਾਪ ਆ ਉਹਦਾ ਕੋਈ ਅੰਤ ਹੀ ਨਹੀਂ ਹੈ ਇੱਕ ਸੱਚ ਬੋਲ ਦੋ ਉਹਦਾ ਐਡਾ ਬੜਾ ਤਪ ਹੈ ਅਤੇ ਉਹਦਾ ਕੋਈ ਅੰਤ ਹੀ ਨਹੀਂ ਹੈ ਸਾਧ ਸੰਗਤ ਜੀ ਤਾਂ ਇਸ ਤਰ੍ਹਾਂ ਸਾਧ ਸੰਗਤ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਅਵਤਾਰ ਧਾਰਨਾ ਪਿਆ ਥੋੜ੍ਹੀ ਧਰਤੀ ਦੇ ਉੱਪਰ ਹੀ ਇਹ ਆਪਣੇ ਨਗਰਾਂ ਦੇ ਵਿੱਚ ਹੀ ਕਿੰਨੀ ਕੁ ਦੂਰ ਆਲੋਵਾਲ ਇੱਥੋਂ ਆਪ ਹੀ ਆਲੋਵਾਲ ਆਲੋਵਾਲ ਦੀ ਧਰਤੀ ਦੇ ਉੱਪਰ ਇੱਕ ਗੁਰੂ ਨਾਨਕ ਦਾ ਰੂਪ ਬਣ ਕੇ ਅਵਤਾਰ ਆਇਆ ਸ਼੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮੈਂ ਦਾਅਵੇ ਨਾਲ ਕਹਿੰਦਾ ਉਹ ਸੰਤ ਨਹੀਂ ਸੀ ਉਹਦਾ ਸੰਤ ਬਣਾਉਣ ਵਾਸਤੇ ਆਏ ਸੀ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕਰੇ ਨੇ ਜਿਨ੍ਹਾਂ ਨੇ ਸੰਗਤ ਕੀਤੀ ਹੈ ਉਹਨਾਂ ਨੂੰ ਪਤਾ ਉਹ ਕੀ ਸੀ ਹੁਣ ਆਪਾਂ ਸੰਗਤ ਬੈਠੀ ਹਾਂ ਉਹਨੂੰ ਹੱਥ ਖੜੇ ਕਰਕੇ ਦੱਸੋ ਕਿਹਨਾਂ ਨੇ ਦਰਸ਼ਨ ਕਰਨਾ ਰਾੜੇ ਵਾਲੇ ਸੰਤਾਂ ਦੇ ਕਰਿਓ ਹੱਥ ਖੜੇ ਭਾਈ ਰਾੜੇ ਵਾਲੇ ਸੰਤਾਂ ਨੇ ਕਿਹਨੇ ਦਰਸ਼ਨ ਕਰੇ ਨੇ ਭਾਈਆਂ 'ਚੋਂ ਬੀਬੀਆਂ ਦੇ ਹੱਥ ਖੜੇ ਨੇ ਦੋ ਦੇ ਬਿਰਲੇ ਆ ਗਏ ਨਾ ਆਪਣੀ ਧਰਤੀ ਦੇ ਉੱਪਰ ਅਵਤਾਰ ਧਾਰਨ ਕਰਕੇ ਆਏ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਉਹ ਸੰਤ ਨਹੀਂ ਸੀ ਉਹ ਤਾਂ ਅਵਤਾਰ ਸੀ ਸੰਤ ਬਣਾਉਣ ਵਾਸਤੇ ਆਏ ਸੀ ਅੱਜ ਕਿੰਨੇ ਕੁ ਦੱਸਦੀ ਏ ਜਿਹੜੇ ਉਹਨਾਂ ਦੇ ਪਰਛਾਵੇਂ ਥੱਲੇ ਦੇ ਵੀ ਲੰਘੇ ਅੱਜ ਉਹ ਵੀ ਸੰਤ ਨੇ ਜਿਹੜੇ ਨਾਲ ਰਹੇ ਜਿਨ੍ਹਾਂ ਨੇ ਉਹਨਾਂ ਦੇ ਚਰਨਾਂ ਵਿੱਚ ਸੇਵਾ ਕੀਤੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਫਿਰ ਉਹਨਾਂ ਨੂੰ ਤਾਂ ਕਹਿਣੇ ਕੀ ਆ ਸਾਧ ਸੰਗਤ ਤਾਂ ਇਸ ਤਰ੍ਹਾਂ
ਇਹ ਅਵਤਾਰ ਆਉਂਦੇ ਰਹਿੰਦੇ ਨੇ, ਆਉਂਦੇ ਰਹਿਣਗੇ ਜੱਗ ਦੇ ਉੱਪਰ। ਘੰਟਾ ਹੋ ਗਿਆ ਆਪਾਂ ਨੂੰ। ਚਲੋ ਤਾਂ ਸਾਧ ਸੰਗਤ ਜੀ, ਵੀ ਇਹ ਬਹੁਤ ਬੜਾ ਬੜਤਣਾ ਬਾਈ ਜੋਗੀ ਜੀ ਦਾ। ਆਏ ਸਾਲ ਹੀ ਇਹ ਪੱਕੇ ਜ਼ਬਾਨ ਨੇ, ਬਾਈ ਜੋਗੀ ਜੀ ਵੀ ਨਾਂ ਲਵਾਉਣ, ਮੈਂ ਆਪਣੇ ਆਪ ਆ ਜਾ ਕਰੂੰਗਾ ਜਿੰਨਾ ਚਿਰ ਮੈਂ ਜਿਉਂਦਾ। ਬਾਅਦ 'ਚ ਮੈਂ ਕਹਿ ਨਹੀਂ ਸਕਦਾ ਮੇਰੇ ਤੋਂ, ਪਰ ਮੈਂ ਇਹ ਜ਼ਬਾਨ ਇੱਥੇ ਚੱਲਦੀ ਹੀ ਰੱਖੂੰਗਾ। ਮੈਨੂੰ ਕੋਈ ਲਾਲਚ ਨਹੀਂ, ਮੈਂ ਤਾਂ ਇੱਕ ਦਰਵੇਸ਼ ਫਕੀਰ ਹਾਂ। ਕੋਈ ਮੈਨੂੰ ਚੜਾਵੇ ਦਾ ਨਹੀਂ, ਕੋਈ ਮੈਨੂੰ ਪੈਸੇ ਦਾ ਨਹੀਂ, ਮੈਂ ਨਹੀਂ ਚੱਕਦਾ ਨਾਮ। ਕਦੇ ਮੈਨੂੰ ਕਹਿ ਦਿਓ ਕਿਤੇ ਵੀ ਚੱਕ ਲਵਾਂ ਮੈਂ, ਨਹੀਂ ਤਾਂ ਜੇ ਪੈਸੇ ਪਿੱਛੇ ਲੜਾਈਆਂ ਹੋਈ ਜਾਂਦੀਆਂ ਨੇ, ਅੱਜ ਚੜਾਵਿਆਂ ਪਿੱਛੇ ਲੜਾਈ ਹੋਈ ਜਾਂਦੀਆਂ ਨੇ। ਨਹੀਂ ਸਾਧ ਸੰਗਤ ਜੀ, ਇਹਨਾਂ ਗੱਲਾਂ ਤੋਂ ਲੇਪਾ, ਬਿਲਕੁਲ ਲੇਪਾ। ਮਹਾਰਾਜ ਕਿਰਪਾ ਕਰੇ, ਮਹਾਰਾਜ ਕਿਰਪਾ ਕਰੇ, ਇਸੇ ਤਰ੍ਹਾਂ ਹੀ ਸੇਵਾ ਲਈ ਜਾਵੇ। ਪਿੱਛੇ ਤਾਂ ਪਹੁੰਚ ਗਏ ਤੇ ਅਸੀਂ ਸੱਚਖੰਡ 'ਚ ਮੁੜੇ ਹਾਂ ਉੱਪਰ ਜਾ ਕੇ ਹੀ, ਫਿਰ ਮਹਾਂਪੁਰਸ਼ਾਂ ਨੇ ਫੜ ਲਿਆਂਦਾ। ਸੰਤ ਬਾਬਾ ਈਸ਼ਰ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਫੜ ਕੇ ਗਲਾਵੇਂ ਤੋਂ ਕਹਿੰਦੇ ਆ ਜਾ ਬਾਤ ਲੋਕ ਦੇ ਵਿੱਚ। ਮੇਰੇ ਸਾਰੀ ਸੰਗਤ, ਮੇਰੇ ਸੇਵਕ ਬਾਈ ਜੋਗੀ ਜੀ ਨੂੰ ਪਤਾ ਹੈ, ਸਾਰੇ ਰੋਣ ਲੱਗ ਗਏ ਪੋਲੋ ਵਿੱਚ। ਸਰੀਰ ਛੱਡਤਾ, ਸਰੀਰ ਛੱਡਤਾ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਹੱਥ ਖੜ੍ਹੇ ਕਰਤੇ। ਮੈਂ ਸੱਚਖੰਡ ਦੇ ਵਿੱਚ ਗਿਆ ਹੋਇਆ, ਸਰੀਰ ਮੇਰਾ ਪੋਲੋ 'ਚ ਪਿਆ, ਪਿੰਜਰ ਮੇਰਾ ਪੋਲੋ 'ਚ ਪਿਆ, ਆਤਮਾ ਮੇਰੀ ਸੱਚਖੰਡ ਦੇ ਵਿੱਚ ਆ। ਮੈਂ ਜਦੋਂ ਗਿਆ, ਜਾ ਕੇ ਮੈਨੂੰ ਮਹਾਂਪੁਰਸ਼ ਕਹਿੰਦੇ ਤੂੰ ਕਿੱਥੇ ਆ ਗਿਆ? ਮੈਂ ਕਿਹਾ ਮਹਾਰਾਜ ਜੀ ਮੈਨੂੰ ਤੁਹਾਨੂੰ ਸੱਦਿਆ। ਕਹਿੰਦੇ ਨਹੀਂ ਅਸੀਂ ਨਹੀਂ ਸੱਦਿਆ ਹਲੇ ਤੈਨੂੰ, ਜਾ ਕਹਿੰਦੇ ਇਸ ਵਾਰ ਮੁੜ ਜਾ, ਕਹਿੰਦੇ ਮੁੜ ਜਾ, ਕਹਿੰਦੇ ਕਿਤੇ ਤੇਰਾ ਕਰਬੂਤ ਨਾ ਖਰਾਬ ਕਰ ਦੇਣਾ। ਮੈਂ ਜਦ ਹੀ ਮੋੜਤਾ ਸੱਚਖੰਡ ਦੇ ਵਿੱਚੋਂ ਰਾੜੇ ਵਾਲਿਆਂ ਨੇ। ਕਹਿੰਦੇ ਤੇ ਤੋਂ ਹੋਰ ਸੇਵਾ ਲੈਣੀ ਆ, ਤੇਰਾ ਸਰੀਰ ਵਾਲੇ ਹੋਰ ਲਿਆਉਣਾ ਸੀ। ਜਦੋਂ ਸਾਧ ਸੰਗਤ ਜੀ ਮੈਂ ਉੱਥੋਂ ਮੁੜ ਕੇ ਆਇਆ, ਉਹੀ ਡਾਕਟਰ ਭਾਟੀਆ ਪੋਲੋ ਵਿੱਚ ਮਸ਼ਹੂਰ ਆ ਡਾਕਟਰ, ਉਹੀ ਕਹਿਣ ਲੱਗਿਆ ਬਾਬਾ ਜੀ ਦਾ ਹੋਰ ਕੁਛ ਨਹੀਂ ਵਿਗੜਦਾ, ਹੋਰ ਕੁਛ ਨਹੀਂ ਵਿਗੜਦਾ, ਕੁਛ ਨਹੀਂ ਵਿਗੜਦਾ। ਸੰਗਤਾਂ ਰੋਣ ਲੱਗ ਗਈਆਂ, ਸਾਰੇ ਵਾਲੇ ਰੋਣ ਲੱਗ ਗਏ, ਸੇਵਕ ਰੋਣ ਲੱਗ ਗਏ। ਪਰ ਸਾਧ ਸੰਗਤ ਜੀ ਨਹੀਂ, ਜਿੰਨੇ ਚਿਰ ਸੇਵਾ ਲੈਣੀ ਹੈ ਨਾ ਮਹਾਂਪੁਰਸ਼ਾਂ ਨੇ, ਉਹਨਾਂ ਦੀ ਸੇਵਾ ਲੈਣੀ ਆ, ਉਹਨਾਂ ਦੀ ਸੇਵਾ ਕਰਾਂਗੇ। ਪਰ ਮੇਰਾ ਇਹ ਪੱਖ ਨਹੀਂ ਪਾ, ਮੈਂ ਰੋਏ ਬਿਲਕੁਲ ਨਿਸ਼ਕਾਮ ਸੇਵਾ ਕਰੂੰਗਾ ਜਿਹਦੇ 'ਚ ਮੇਰੇ ਸਵਾਸ ਨੇ, ਬਿਲਕੁਲ ਨਿਸ਼ਕਾਮ ਸੇਵਾ। ਕੋਈ ਮੈਨੂੰ ਲਾਲਸਾ ਨਹੀਂ ਹੈ ਨਾ। ਮੈਨੂੰ ਤਾਂ ਇਹੀ ਹੈ ਵੀ ਜੇ ਇੱਕ ਸਿੰਘ ਵੀ ਤਰ ਜਾਵੇ, ਵਾਹਿਗੁਰੂ ਸ਼ਬਦ ਨਾਲ ਜੁੜ ਜਾਵੇ, ਬਾਣੀ ਨਾਲ ਜੁੜ ਜਾਵੇ, ਮੇਰੀ ਭਗਤੀ ਲੇਖੇ ਵਿੱਚ ਪੈ ਜਾਊਗੀ। ਬਸ ਮੇਰਾ ਇੰਨੇ ਪਾਰ ਆ। ਅਤੇ ਜਿਵੇਂ ਮਹਾਰਾਜ ਜੀ ਕਹਿੰਦੇ ਨੇ, ਜਨਮ ਮਰਨ ਦੋਵੇਂ ਨਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲੈਣਾ, ਹਰ ਸੋ ਲੈਣ ਮਨਾਏ। ਇਸ ਤਰ੍ਹਾਂ ਪੜੋ ਸਾਧ ਸੰਗਤ ਜੀ। ਜੀਵ ਬੱਧੇ ਕਰਮਾਂ ਦੇ ਬਈ ਆਉਂਦੇ ਨੇ, ਸਾਧੂ ਭੇਜਿਆ ਆਪ ਰੱਬ ਨੇ। ਬੱਧੇ ਕਰਮਾਂ ਦੇ ਆਉਂਦੇ ਨੇ, ਸਾਧੂ ਭੇਜਿਆ ਆਪ ਰੱਬ ਨੇ।
ਇਹ ਪੱਖ ਗੁਰੂ ਨਾਨਕ ਪਾਤਸ਼ਾਹ ਦਾ ਇੱਥੇ ਪੜਾਂਗੇ ਆਪਾਂ। ਹੁਣ ਮੈਂ ਦੂਆ ਪੱਖ ਲੈਣਾ। ਚਾਰ ਬਾਣੀਆਂ ਵਿੱਚ ਵਾਹਿਗੁਰੂ ਸ਼ਬਦ ਚੱਲਦਾ, ਜਿਹੜੇ ਮੇਰੇ ਵੀਰ ਅਭਿਆਸ ਕਰਦੇ ਨੇ ਸੁਣ ਲੈਣ, ਉਹ ਕਰ ਲੈਣ ਭਾਵੇਂ। ਵੈਖਰੀ ਬਾਣੀ, ਮਾਧਵਾ ਬਾਣੀ, ਬਸੰਤੀ ਬਾਣੀ ਅਤੇ ਪਰਾ ਬਾਣੀ। ਜਦੋਂ ਪਰਾ ਬਾਣੀ ਵਿੱਚ ਥੋੜ੍ਹਾ ਸਿਮਰਨ ਆ ਗਿਆ ਨਾ, ਉਹ ਆਊਗਾ ਨਾਭੀ 'ਚ, ਇੱਥੇ ਇੱਥੇ ਰੋਸ਼ਨੀ ਹੋਊਗੀ। ਜਦੋਂ ਪਰਾ ਬਾਣੀ ਵਿੱਚ ਥੋੜ੍ਹਾ ਸ਼ਬਦ ਆ ਗਿਆ, ਉਹਦੇ ਬਾਰੇ ਬਾਣੀ ਲਿਖਿਆ, ਉਹ ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ। 33 ਕਰੋੜ ਜਿਹੜਾ ਸਰੀਰ ਦੇ ਵਿੱਚ ਰੋਮ ਆ ਨਾ, ਆਪਣੇ 33 ਕਰੋੜ ਰੋਮ ਆ, ਇਹਦੇ ਵਿੱਚੋਂ ਵੀ ਆਵਾਜ਼ਾਂ ਆਉਣਗੀਆਂ ਵਾਹਿਗੁਰੂ ਦੀਆਂ। ਦੇਖ ਲਓ ਕਰਕੇ। ਲੋਕ ਤਾਂ ਕਹਿੰਦੇ ਨੇ, ਇਤਿਹਾਸਕਾਰ ਕਹਿੰਦੇ ਨੇ, ਕਹਿੰਦੇ ਜੀ 1000 ਮੂੰਹ ਤੀ ਸੱਪ ਦੇ 6 ਸਲਾਗ ਦੇ। 1000 ਮੂੰਹ ਦੇ ਵਿੱਚ ਨਾਮ ਜਪਦਾ ਸੀ ਇੱਕ ਵਾਰੀ। ਉਹ ਵੇਦ ਤਾਂ ਹੈਰਾਨ ਹੋਏ ਪਏ ਨੇ। ਉਹ ਸਾਡੇ ਗੁਰੂ ਨਾਨਕ ਨੇ ਕਿੱਡੇ ਬੜੇ ਹੈਰਾਨ ਕਰਤਾ ਦੁਨੀਆ ਨੂੰ। ਕਿਤੇ ਸੋਚਿਆ? ਕਹਿੰਦੇ ਇੱਕ ਵਾਰੀ ਨਾਮ ਜਪਣ ਦੇ ਵਿੱਚ 3.5 ਕਰੋੜ ਰੋਮ ਦੇ ਵਿੱਚੋਂ ਆਵਾਜ਼ ਆਊਗੀ। ਕਿਤੇ 1000, ਕਿਤੇ 3.5 ਕਰੋੜ ਰੋਮ ਆ ਸਰੀਰ ਦੇ ਵਿੱਚ। ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ 3.5 ਕਰੋੜ ਰੋਮ ਆ। ਜਦੋਂ ਪਰਾ ਬਾਣੀ ਵਿੱਚ ਭਜਨ ਆ ਗਿਆ, 3.5 ਕਰੋੜ ਰੋਮ ਦੇ ਵਿੱਚੋਂ ਵਾਹਿਗੁਰੂ 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 ਦੀਆਂ ਆਵਾਜ਼ਾਂ ਪੈਣਗੀਆਂ। ਕਰਕੇ ਦੇਖੋ। ਵੈਖਰੀ, ਮਾਧਵਾ, ਬਸੰਤੀ, ਪਰਾ ਬਾਣੀ ਇੱਥੇ ਆਊ ਨਾਭੀ 'ਚ ਭਜਨ। ਜਦੋਂ ਨਾਭੀ 'ਚ ਭਜਨ ਆ ਗਿਆ, ਇੱਥੇ ਮੈਂ ਦੱਸਿਆ ਹੀ ਥੋੜ੍ਹੀ ਜਿਹੀ ਰੋਸ਼ਨੀ ਹੋਊਗੀ। ਉਹ ਫਿਰ ਰੋਸ਼ਨੀ ਹੋ ਕੇ ਫਿਰ ਤੁਹਾਨੇ ਕਿੱਥੇ ਧਿਆਨ ਲਾਉਣਾ? ਇਹ ਇੱਥੇ ਲਾਉਣਾ। ਹੀਲਾ, ਪਿੰਗਲਾ, ਸੋਕਣਾ, ਇਹਨੂੰ ਤਿਰਕੁਟੀ ਕਹਿੰਦੇ ਨੇ। ਇੱਥੇ ਜਦੋਂ ਉਰੇ ਧਿਆਨ ਲਾਓਗੇ, ਇੱਥੇ ਫਿਰ ਗਰਮਾਇਸ਼ ਵਧੂਗੀ, ਥੋੜ੍ਹੀ ਜਿਹੀ ਗਰਮਾਇਸ਼ ਵਧੂਗੀ। ਜਦੋਂ ਗਰਮਾਇਸ਼ ਵਧੀ, ਇਹ ਜਿਹੜੀ ਤਿਰਕੁਟੀ ਆ, ਇੱਥੇ ਤਿਰਕੁਟੀ ਕਹਿੰਦੇ ਜਿਹਨੂੰ ਆਪਾਂ, ਇਹ ਇੱਥੇ ਨਾਭੀ ਵਿੱਚੋਂ ਜਾ ਕੇ ਪੈਰ ਦੇ ਅੰਗੂਠੇ ਤੋਂ ਜਾ ਕੇ ਰੀੜ੍ਹ ਦੀ ਹੱਡੀ ਤਾਈਂ ਆ ਕੇ, ਇਹ ਇੱਥੇ ਐ ਜਲੇਬੀ ਵਾਂਗੂ ਸੁੰਗੜੀ ਹੋਈ ਆ। ਉਰੇ ਚੱਲਦੀ ਕਿੱਥੋਂ ਆ? ਸੱਜੇ ਪੈਰ ਦੇ ਅੰਗੂਠੇ 'ਚੋਂ। ਸੱਜੇ ਪੈਰ ਦੇ ਅੰਗੂਠੇ ਵਿੱਚੋਂ ਚੱਲ ਕੇ ਰੀੜ੍ਹ ਦੀ ਹੱਡੀ ਤਾਈਂ। ਰੀੜ੍ਹ ਦੀ ਹੱਡੀ ਵਿੱਚ ਕੁਝ ਰੋਮ ਨੇ। ਬਹੁਤ ਤਾਕਤ ਆ। ਜਿਹੜੇ ਭਜਨ ਕਰਦੇ ਨੇ ਉਹਨਾਂ ਨੂੰ ਪਤਾ ਵੀ ਆ ਰੀੜ੍ਹ ਦੀ ਹੱਡੀ ਕਰਕੇ ਕਿਵੇਂ ਭਜਨ ਕਰਨਾ। ਉਹ ਆਊਗੀ ਫਿਰ ਸੱਜੇ ਪੈਰ ਦੇ ਅੰਗੂਠੇ ਵਿੱਚੋਂ। ਇਹ ਸਾਧ ਸੰਗਤ ਇਹ ਨਾੜੀ ਵਿੱਚ, ਰੀੜ੍ਹ ਦੀ ਹੱਡੀ ਵਿੱਚ। ਰੀੜ੍ਹ ਦੀ ਹੱਡੀ ਵਿੱਚੋਂ ਕਿੱਥੇ ਜਾਊਗੀ? ਫਿਰ ਇੱਥੇ ਜਾਊਗੀ ਪਿੱਠ ਦੇ ਵਿੱਚ। ਉਰੇ ਕਹਿੰਦੇ ਆਪਾਂ, ਇੱਥੇ ਵੀ ਤਿਰਕੁਟੀ ਖੁੱਲ੍ਹਦੀ ਆ। ਇੱਥੋਂ ਫਿਰ ਜਾ ਕੇ ਨਾੜੀ, ਇੱਥੇ ਜਾ ਕੇ ਸੇਕ ਪਾ ਕੇ ਉਰੇ ਸੁੰਗੜੀ ਹੈ ਜਿਹੜੀ, ਇਹ ਭਜਨ ਕਰਾਂਗੇ, ਇਹ ਖੁੱਲ੍ਹੂਗੀ। ਇਹ ਖੁੱਲ੍ਹੂਗੀ 10ਵੇਂ ਦੁਆਰ ਦੀ ਨਾੜੀ ਨਾਲ ਜੁੜੂਗੀ। ਇੱਦਾਂ ਐਂ ਜੁੜ ਜਾਊ। ਮਿਹਨਤ ਕਰਨੀ ਪਊਗੀ। ਜਦੋਂ ਜੁੜ ਗਈ, ਫਿਰ 10ਵਾਂ ਦੁਆਰ ਖੁੱਲ੍ਹ ਜਾਂਦਾ। ਜਦੋਂ 10ਵਾਂ ਦੁਆਰ ਖੁੱਲ੍ਹ ਗਿਆ, ਤਿੰਨਾਂ ਲੋਕਾਂ ਦੀ ਸੋਝੀ ਆ ਜੀ। ਤੁਹਾਨੂੰ ਮੈਂ ਦਾਅਵੇ ਨਾਲ ਕਹਿੰਦਾ, ਕਰਕੇ ਦੇਖ ਲਓ। ਤਿੰਨਾਂ ਲੋਕਾਂ ਦੀ ਸੋਝੀ।
ਤਾਂ ਇਸ ਤਰ੍ਹਾਂ ਸਾਧ ਸੰਗਤ ਸਿਮਰਨ ਕਰੋ, ਭਜਨ ਕਰੋ, ਕਮਾਈ ਕਰੋ, ਬਹੁਤ ਬੜੀ ਤਾਕਤ ਹੈ ਇਹਦੇ ਵਿੱਚ। ਜਿਹੜੇ ਸਿਮਰਨ ਕਰਦੇ ਨੇ, ਭਜਨ ਕਰਦੇ ਨੇ ਨਾ, ਉਹ ਕਦੇ ਬਹੁਤੇ ਮਾਇਆ ਦੇ ਜਾਲਾਂ 'ਚ ਨਹੀਂ ਪੈਂਦੇ, ਨਹੀਂ ਪੈਂਦੇ ਹਨ। ਉਹਨਾਂ ਦੀ ਮਗਰ ਆਪੀ ਮਾਇਆ ਭੱਜੀ ਫਿਰਦੀ ਹੁੰਦੀ ਹੈ। ਦੇਖੋ ਗੁਰੂ ਮਹਾਰਾਜ ਨੇ ਕਿਹਾ ਨਹੀਂ, ਇੱਕ ਤਾਂ ਆਪਾਂ ਬਾਣੀ ਪੜ੍ਹਦੇ ਹਾਂ, ਦੂਜੇ ਪਾਸੇ ਬਾਣੀ ਨੂੰ ਫੇਰ ਨਹੀਂ ਅਮਲ ਕਰਦੇ, ਫਿਰ ਝੂਠ ਬਣਦੇ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀ ਕਿਹਾ? ਕਹਿੰਦੇ ਜੋ ਪ੍ਰਾਨੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਨਾਮ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ। ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਉਹ ਵਾਹਿਗੁਰੂ ਜੀ ਪੜ੍ਹ ਕੇ ਦੇਖੋ, ਇੰਨੀਆਂ ਮਿਲਦੀਆਂ, ਤੁਹਾਨੂੰ ਭੱਜਣ ਦੀ ਲੋੜ ਹੀ ਨਹੀਂ ਮਗਰ। ਪਰ ਭਜਨ ਕਰਕੇ ਦੇਖੋ, ਸਿਮਰਨ ਕਰਕੇ ਦੇਖੋ, ਕਰੋ। ਪਹਿਲਾਂ ਬੈਖੀ ਬਾਣੀ ਵਿੱਚ ਕਰੋ, ਫਿਰ ਮਾਧਵਾ ਵਿੱਚ ਲਿਆਓ, ਫਿਰ ਬਸੰਤੀ ਵਿੱਚ ਲਿਆਓ, ਫਿਰ ਪਰਾਂ ਵਿੱਚ ਲਿਆਓ। ਜਦੋਂ ਇੱਥੋਂ ਆ ਗਿਆ ਫਿਰ ਇਹਦਾ ਇੱਥੇ ਧਿਆਨ ਲਿਆਓ। ਜਦੋਂ ਇੱਥੇ ਵੀ ਧਿਆਨ ਨਾਲ ਤਿਰਕੁਟੀ ਖੁੱਲ੍ਹਦੀ ਆ, ਉਰੋਂ ਵੀ ਧਿਆਨ ਨਾਲ ਖੁੱਲ੍ਹਦੀ ਆ। ਇੱਥੇ ਧਿਆਨ ਨਾਲ ਖੁੱਲ੍ਹੋ, ਇੱਥੇ ਧਿਆਨ ਜਦੋਂ ਜੁੜ ਗਿਆ 10ਵੇਂ ਦੁਆਰ 'ਚ ਲਿਆਓ, ਇੱਥੇ ਰੱਖ ਕੇ ਉਰੇ ਜਿੱਥੇ ਵਾਹਿਗੁਰੂ ਬੈਠਾ, ਜਿੱਥੇ ਸਤਿਗੁਰੂ ਬੈਠਾ, ਜਿਹਦੇ ਦਰਸ਼ਨ ਕਰਨੇ ਨੇ, ਜਿਹਦਾ ਦਰਵਾਜ਼ਾ 10ਵੇਂ ਦੁਆਰ ਦੇ ਵਿੱਚ 9 ਦਰਵਾਜ਼ੇ ਪਰ ਰਖੀਏ 10ਵਾਂ ਗੁਪਤ ਰਖਾਇਆ। 9 ਦਰਵਾਜ਼ੇ ਖੋਲ੍ਹ ਤੇ ਜਵੇਂ ਖੁੱਲ੍ਹੇ ਨੇ ਸਾਰਿਆਂ ਦੇ, ਨਿਕਲੀ ਜਾਓ, ਬੜੀ ਜਾਓ। ਇੱਕ ਦਰਵਾਜ਼ਾ ਜਿਹੜਾ 10ਵੇਂ ਦੁਆਰ ਦੇ ਵਿੱਚ ਬੰਦ ਆ, ਜਿਹਦੀ ਕੁੰਜੀ ਕਿੱਥੇ ਆ? ਸਾਧੂਆਂ ਕੋਲ ਕੁੰਜੀ ਆ। ਅੰਨ ਹੱਥ ਬਾਣੀ ਪੂੰਜੀ, ਸੰਤਨ ਹੱਥ ਕੁੰਜੀ। ਉਹ ਸਾਧੂਆਂ ਕੋਲ ਮਿਲਦੀ ਹੈ, ਨਾਮ ਦੇ ਜਪਣਾ ਕੋਲ ਮਿਲਦੀ ਹੈ। ਅਤੇ ਨਾਮ ਜਪੋ, ਸਿਮਰ ਕਰੋ, ਭਜਨ ਕਰੋ। ਮੈਂ ਕਹਿੰਦਾ ਤੁਹਾਨੂੰ ਮਗਰ ਫਿਰਨ ਦੀ ਲੋੜ ਨਹੀਂ ਹੈ। ਮਾਇਆ ਤੁਹਾਡੀ ਮਗਰ ਫਿਰੂ, ਮੈਂ ਦਾਅਵੇ ਨਾ ਕਹਿਣਾ। ਤੁਸੀਂ ਮਾਇਆ ਦੀ ਮਗਰ ਨਹੀਂ ਫਿਰੋਗੇ, ਮਾਇਆ ਤੁਹਾਡੀ ਮਗਰ ਫਿਰੂਗੀ, ਜਿਵੇਂ ਕਬੀਰ ਨੇ ਫੇਰੀ ਆ। ਮੈਂ ਤੁਹਾਨੂੰ ਦਾਅਵੇ ਨਾ ਕਹਿਣਾ, ਮੈਂ ਅੱਖੀ ਦੇਖੀ ਗੱਲ ਕਰਦਾ, ਕਦੇ ਮੈਂ ਇਤਿਹਾਸ ਨਹੀਂ ਪੜ੍ਹਦਾ। ਮੈਂ ਅੱਗੇ ਵੀ ਦੱਸਿਆ, ਲਾਹੌਰ ਵਾਲੇ ਸੰਤਾਂ ਨੇ ਇਹ ਮਾਇਆ ਬੰਨੀ। ਲਾਹੌਰ ਵਾਲੇ ਸੰਤਾਂ ਨੇ ਇਹਨੂੰ ਕੰਨ ਤੋਂ ਫੜਿਆ। ਲਾਹੌਰ ਵਾਲੇ ਸੰਤਾਂ ਨੇ, ਜਿਵੇਂ ਕਬੀਰ ਨੇ ਗੁੱਸਲੀ ਵੱਢੀ ਆ, ਨਹੀਂ ਇਹਨਾਂ ਨੇ ਵੱਢੀ ਆ ਲਾਹੌਰ ਵਾਲੇ ਸੰਤਾਂ ਨੇ। ਮੈਂ ਆਪ ਦਿਖਾਇਆ, ਐਂ ਗੇਟ ਦੇ ਨਾਲ ਬੰਨੀ ਹੋਈ ਲਾਹੌਰਾ ਸਾਹਿਬ, ਗੇਟ ਦੇ ਨਾਲ ਬੰਨੀ ਹੋਈ। ਮੈਂ ਕਿਹਾ ਮਹਾਰਾਜ ਆ ਕੀ ਬੰਨਿਆ? ਬੁੜੀ ਜੀ। ਕਹਿੰਦੇ ਬੁੜੀ ਨਹੀਂ ਹੈ, ਕਹਿੰਦੇ ਮਾਇਆ। ਮੈਂ ਕਿਹਾ ਕਿਉਂ ਬੰਨੀ ਆ? ਕਹਿੰਦੇ ਥੋੜ੍ਹੀ ਜਿਹੀ ਰੱਸੀ ਖੋਲ੍ਹ ਲੈਂਦੇ ਆ, ਕਹਿੰਦੇ ਉਹਨਾਂ ਕੀ ਆਪਣਾ ਕੰਮ ਚੱਲੀ ਜਾਂਦਾ, ਕਹਿੰਦਾ ਬੰਨੇ ਖੜੀ ਆ, ਕਹਿੰਦਾ ਮੈਂ ਦਰਸਾ। ਮੈਨੂੰ ਐਂ ਸਿਖਾਈ ਸੰਤਾਂ ਨੇ, ਲਾਹੌਰ ਵਾਲੇ ਸੰਤਾਂ ਨੇ। ਦੇਖੋ ਤੁਸੀਂ ਸੰਤ ਮੰਨੋ, ਮੈਂ ਜੀ ਸਦਕੇ ਮੰਨੋ, ਤੁਸੀਂ ਮਹਾਤਮਾ ਮੰਨੋ, ਜੀ ਸਦਕੇ ਮੰਨੋ, ਪਰ ਮੈਂ ਤਾਂ ਉਹਨਾਂ ਨੂੰ ਰੱਬ ਨੂੰ ਹੀ ਬੜਾ ਸਮਝਦਾ ਸੀ। ਮੈਂ ਤਾਂ ਗੁਰੂ ਨਾਨਕ ਦਾ ਰੂਪ ਸਮਝਦਾ ਸੀ ਲਾਹੌਰ ਵਾਲੇ ਸੰਤਾਂ ਨੂੰ। ਬਹੁਤ ਵੱਡੀ ਪਾਵਰ ਬਣ ਕੇ ਆਏ ਸੀ, ਜਿਹੜੀ ਸਾਰੀ ਤਾਕਤ, ਸਾਰੀ ਭਗਤੀ ਰਾਲੇ ਵਾਲੇ ਸੰਤਾਂ ਨੇ ਉਹਨਾਂ ਦੀ ਝੋਲੀ ਵਿੱਚ ਪਾਤੀ ਸੀ, ਲਾਹੌਰ ਵਾਲੇ ਸੰਤਾਂ ਦੇ। ਔਰ ਸਾਧ ਸੰਗਤ ਜੀ, ਇਹ ਮਾਇਆ ਤਾਂ ਬੰਨੀ ਹੋਈ ਆ, ਅਤੇ ਅੱਜ ਆਪਾਂ ਮਾਇਆ ਦੇ ਮਗਰ ਭੱਜੇ ਫਿਰਦੇ ਹਾਂ। ਉਹ ਮਾਇਆ ਕੀ ਕਰਦੀ ਹੈ ਫਿਰ? ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਜੋ ਇਸकी ਸੇਵਾ ਕਰੇ ਉਸ ਕੋਏ ਖਾਏ। ਆਉਂਦੀ ਹੈ, ਦਾਰੂਆਂ, ਸ਼ਰਾਬਾਂ, ਲੜਾਈਆਂ, ਝਗੜੇ, ਫਿਰ ਉਹ ਕਲਾ ਕਲੇਸ਼ ਪੈਂਦੇ ਨੇ। ਫਿਰ ਉਹ ਕਚਹਿਰੀਆਂ ਵਿੱਚ, ਉਹ ਥਾਣਿਆਂ ਵਿੱਚ, ਉਹ ਡਾਕਟਰ ਦੇ ਪੱਟੀਆਂ ਬਣਾਉਂਦੇ ਫਿਰਦੇ ਆ। ਬਣ ਗਈ ਨਾ ਨਾਗਣੀ। ਇਹ ਨਾਗਣੀ ਨਾ ਬਣਾਓ, ਨਾਗਣੀ ਨਾ ਬਣਾਓ, ਇਹਨੂੰ ਦਾਸੀ ਬਣਾਓ। ਦਾਸੀ, ਦਾਸੀ ਕਿਵੇਂ ਬਣੂਗੀ? ਨਾਮ ਜਪ ਕੇ, ਸਿਮਰਨ ਕਰਕੇ, ਭਜਨ ਕਰਕੇ। ਤਾਂ ਸਾਧ ਸੰਗਤ ਆਪਾਂ ਸਾਰੇ ਜਿਹੜਾ ਪਿੱਛੇ ਮੈਨੂੰ ਪਤਾ, ਮੈਂ ਸਾਰੀ ਖੇਡ ਲੈ ਕੇ ਆਊਂਗਾ ਕੱਲ੍ਹ ਨੂੰ। ਇਹ ਜੋ ਚੱਲਦੀ ਹੈ ਸਾਰੀ ਲਿਆਊਂਗਾ। ਭਜਨ ਵੀ ਦੱਸੋ, ਗੁਰੂ ਨਾਨਕ ਬਾਰੇ ਵੀ ਦੱਸੂ ਤੁਹਾਨੂੰ ਮੈਂ। ਔਰ ਜਿਹਨੇ ਪੁੱਛਣਾ ਵੀ ਹੋਵੇ, ਮੇਰਾ ਇਹ ਸੰਦੇਸ਼ ਆ ਸਾਰੀਆਂ ਸੰਤਾਂ ਨੂੰ ਵੀ, ਜਿਨ੍ਹਾਂ ਨੇ ਅੰਤਰਮੁਖ ਜਾਣਾ ਹੋਵੇ, ਜਦ ਮਰਜ਼ੀ ਗੁਰਦੁਆਰਾ ਚਹਿਰਾ ਸਾਹਿਬ ਪਹੁੰਚ ਜਾਓ। ਸਾਰੀਆਂ ਜੁਗਤੀਆਂ, ਸਾਰੀਆਂ ਮੁਕਤੀਆਂ ਤੁਹਾਨੂੰ ਮਿਲਣਗੀਆਂ। ਤਾਂ ਸਾਧ ਸੰਗਤ ਜੀ, ਇਸ ਕਰਕੇ ਮਾਇਆ ਆਪਾਂ ਨੇ ਦਾਸੀ ਬਣਾਉਣੀ, ਨਾਗਣੀ ਬਣਾਉਣੀ ਹੈ। ਭਾਈ ਇੱਕ ਧਾਰਨਾ ਪੜ੍ਹ ਕੇ ਆਪਾਂ ਨਾਲ ਦੀ ਨਾਲ ਹੀ ਗੁਰੂ ਸੂਤਰ ਜ਼ਰੂਰ ਪੜ੍ਹਾਂਗੇ। ਗੁਰੂ ਸੂਤਰ ਕਿਉਂ ਡਾਲੀ ਆ ਰਾੜੇ ਵਾਲੇ ਸੰਤਾਂ ਦੀ।
ਗੁਰੂ ਤੋਂ ਬਾਅਦ ਦੇ ਵਿੱਚ ਤੇ ਆਪਣੀ ਇਹ ਸਮਾਪਤੀ ਕਰਾਂਗੇ। ਤੇ ਇਹ ਬਾਈ ਜੋਗੀ ਜੀ ਨੂੰ 3 ਜ਼ਬਾਨਾਂ ਦੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ ਕੀਤੀ, ਔਰ ਦਾਸ ਤਾਂ ਇੱਕ ਉਹ ਜਿਵੇਂ ਕਹਿੰਦਾ ਸਟਿਪਲੀ ਟਾਇਰ ਆ, ਜਿਵੇਂ 5ਵਾਂ ਟਾਇਰ ਉਹਨਾਂ ਸਟਿਪਲੀ ਕਹਿੰਦੇ ਆ, ਮੈਂ ਤਾਂ ਉਹ ਹਾਂ। ਗੱਡੀ ਰਾੜੇ ਵਾਲੇ ਨੇ, ਗੱਡੀ ਗੁਰੂ ਨਾਨਕ ਆ, ਜਹਾਜ਼ ਗੁਰੂ ਨਾਨਕ ਆ। ਸਾਧ ਸੰਗਤ ਦਾਸ ਚਾਨਾ ਧੂੜ ਆ, ਚਾਨਾ ਧੂੜ ਬਣ ਕੇ ਰਿਹਾ ਜਾਵੇ। ਮੈਂ ਤਾਂ ਬਹੁਤ ਵੀ ਵਡਿਆਈ ਸਮਝਦਾ ਮਹਾਂਪੁਰਸ਼ਾਂ ਦੀ। ਅਤੇ ਇਸ ਤਰ੍ਹਾਂ ਸਾਧ ਸੰਗਤ ਜੀ ਬਈ ਆਪਾਂ ਇੱਕ ਧਾਰਨਾ ਪੜ੍ਹਨੀ ਹੈ ਕਿ ਜਿਹੜੀ ਕਿ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸकी ਸੇਵਾ ਕਰੇ ਉਸੀ ਕੋ ਇਹ ਖਾਏ। ਇਹ 3 ਜ਼ਬਾਨ ਦਿੱਤੇ ਸੀ। ਇਹ ਪਹਿਲੇ ਜ਼ਬਾਨ ਦੀ ਸਮਾਪਤੀ ਹੋਣ ਲੱਗੀ ਹੈ ਅਤੇ ਕੱਲ੍ਹ ਨੂੰ ਦੂਜਾ ਜ਼ਬਾਨ ਅਤੇ ਪਾਸੋਂ ਤੀਜਾ ਜ਼ਬਾਨ। ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਆਓ, ਹੋਰ ਵੀ ਲਿਆਓ, ਭਲਾ ਹੋਊਗਾ। ਸਤਸੰਗ ਦੇ ਵਿੱਚ ਆਉਣ ਦਾ ਭਲਾ, ਲਿਆਉਣ ਦਾ ਵੀ ਭਲਾ, ਨਾਮ ਜਪਣ ਦਾ ਵੀ ਭਲਾ, ਦੂਜੇ ਨੂੰ ਨਾਮ ਜਪਾਉਣ ਦਾ ਵੀ ਭਲਾ, ਪੁੰਨ ਕਰਨ ਦਾ ਵੀ ਭਲਾ, ਦੂਜੇ ਤੋਂ ਦਾਨ ਕਰਾਉਣ ਦਾ ਵੀ ਭਲਾ। ਅਤੇ ਭਲਾ ਕਰੋ। ਇਸ ਤਰ੍ਹਾਂ ਪੜ੍ਹੋ ਇੱਕ ਧਾਰਨਾ ਸਾਧ ਸੰਗਤ ਜੀ, ਕਿਵੇਂ ਗੁਰੂ ਮਹਾਰਾਜ ਜੀ ਪ੍ਰਵਾਨ ਕਰਦੇ ਨੇ। ਮਾਇਆ ਦਸ ਗੀ ਨਾਗਣੀ ਬਣ ਕੇ, ਮਨ ਮੁਖ ਬੰਦਿਆ। ਮਾਇਆ ਦਸ ਗੀ ਨਾਗਣੀ ਬਣ ਕੇ, ਕੋਈ ਮਨ ਮੁਖ ਬੰਦਿਆ। ਮਾਇਆ ਦਸ ਗੀ ਨਾਗਣੀ ਮਨ ਮੁਖ ਬੰਦਿਆ। ਮਾਇਆ ਦਸ ਗੀ ਨਾਗਣੀ ਬਣ ਕੇ, ਮਨ ਮੁਖ ਬੰਦਿਆ। ਪਿਆਰੇ ਜੀ ਮਨ ਮੁਖ ਬੰਦਿਆ, ਪਿਆਰੇ ਮਨ ਮੁਖ ਬੰਦਿਆ। ਮਾਇਆ ਦਸ ਗੀ ਨਾਗਣੀ ਬਣ ਕੇ, ਮਨ ਮੁਖ ਬੰਦਿਆ। ਧੰਨ ਹੈ ਧੰਨ
ਗੁਰੂ ਨਾਨਕ ਸਾਹਿਬ ਜੀ ਧੰਨ ਹੈ। ਸਾਨੂੰ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਸਾਨੂੰ ਹੈ ਗੁਰੂ ਅਮਰਦਾਸ ਜੀ ਧੰਨ ਹੈ। ਗੁਰੂ ਰਾਮਦਾਸ ਜੀ ਧੰਨ ਹੈ। ਸਾਨੂੰ ਹੈ ਗੁਰੂ ਅਰਜਨ ਦੇਵ ਜੀ ਧੰਨ ਹੈ। ਸਾਨੂੰ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ। ਸਾਨੂੰ ਹੈ ਸ਼੍ਰੀ ਹਰਿ ਜੀ ਧੰਨ ਹੈ। ਸਾਨੂੰ ਹੈ ਸ਼੍ਰੀ ਹਰਿਕ੍ਰਿਸ਼ਨ ਜੀ ਧੰਨ ਹੈ। ਸਾਨੂੰ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ। ਸਾਨੂੰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ। ਸਾਨੂੰ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਸਾਨੂੰ ਹੈ ਤੇਰਾ ਪੰਥ ਖਾਲਸਾ ਧੰਨ ਹੈ। ਸਾਨੂੰ ਹੈ ਤੇਰੀ ਦਾਤ ਸਗਤ ਜੀ ਧੰਨ ਹੈ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ, ਵਾਹਿਗੁਰੂ ਬੋਲ, ਵਾਹਿਗੁਰੂ ਬੋਲ, ਵਾਹਿਗੁਰੂ ਬੋਲ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।